ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੁ ਪ੍ਰਭੂ, ਨਾਨਕ ਦੇ ਕਰ ਹੱਥ। ਮੂਕ ਉਚਰੈ ਸਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸੋ ਕਹ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਵਨ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ। ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸਨ ਦੂਰ ਤੇ ਆਈ। ਕਵਨ ਗੁਣ ਪ੍ਰਾਨਪਤ ਮਿਲੋ ਮੇਰੀ ਮਾਈ। ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸਨ ਦੂਰ ਤੇ ਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਨਿਧਾਨ, ਜਗਤ ਦੇ ਸਾਂਝੇ ਗੁਰੂ। ਵਾਲੀਏ ਕੁਲ ਆਲਮ ਧਰਤੀ ਨੂੰ ਧੀਰਜ ਬਖਸ਼ਣਹਾਰ, ਚਵਰ ਛਤਰ ਤਖਤ ਦੇ ਮਾਲਕ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਅਪਾਰ ਕਿਰਪਾ ਰਹਿਮਤ ਸਦਕਾ ਜੋ ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਡੇ ਕਲਯੁਗੀ ਜੀਵਾਂ ਨੂੰ ਤਾਰਨ ਵਾਸਤੇ ਅੱਜ ਦੇ ਉਪਦੇਸ਼ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜੋ ਸਾਡੇ ਤਾਈਂ ਰਹਿਮਤ ਕਰ ਰਹੇ ਹਨ। ਆਓ ਸਾਰੇ ਗੁਰਮੁਖ ਪਿਆਰੇ ਗੁਰੂ ਸਵਾਰੇ ਬਾਣੀ ਦੇ ਇਸ ਸ਼ਬਦ ਦੀ ਵਿਚਾਰ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ ਦਾ ਯਤਨ ਕਰੀਏ।
ਅੱਜ ਦਾ ਜੋ ਪਾਵਨ ਸ਼ਬਦ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਅੰਗ 204 ਅੰਗ ਉੱਪਰ ਸੁਭਾਏਮਾਨ ਹੈ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਸਾਡੇ ਤੇ ਰਹਿਮਤ ਕਰਦੇ ਨੇ, ਗੁਰੂ ਖਾਲਸਾ ਜੀ ਉਹ ਪ੍ਰਸਾਦ ਕਿਰਪਾ ਤੋਂ ਘੱਟ ਨਹੀਂ। ਕਈ ਵਾਰ ਅਸੀਂ ਖੁੰਝ ਜਾਂਦੇ ਹਾਂ ਕਿ ਕਿਰਪਾ ਕੀ ਹੈ। ਗੁਰੂ ਦਾ ਸ਼ਬਦ ਹੀ ਸਾਡੇ ਉੱਪਰ ਕਿਰਪਾ ਹੈ। ਆਓ ਇਸ ਕਿਰਪਾ ਨੂੰ ਮਾਣੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲੋਂ ਸਾਹਿਬਾਂ ਨੂੰ ਝੁਕਾਓ ਸੀਸ। ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਵਨ ਗੁਣ ਪ੍ਰਾਨ ਪਾਤ ਮਿਲੋ ਮੇਰੀ ਮਾਈ। ਸਾਹਿਬ ਜੀ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਇਹ ਉਚਾਰਨ ਕੀਤਾ ਹੋਇਆ ਸ਼ਬਦ ਰਾਗ ਗੌੜੀ ਦੇ ਅੰਦਰ ਸੁਭਾਏਮਾਨ ਹੈ। ਰਾਗ ਗੌੜੀ, ਗੌੜੀ ਰਾਗ ਦਾ ਨਾਮ ਹੈ, ਪੂਰਬੀ ਇਹਦੀ ਜਾਤੀ ਹੈ। ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਸ ਪਾਵਨ ਸ਼ਬਦ ਨੂੰ ਉਚਾਰਨ ਕਰ ਰਹੇ ਹਨ। ਮਹੱਲੇ ਤੋਂ ਅਰਥ ਹੁੰਦਾ ਹੈ ਜਿਵੇਂ ਇੱਕ ਘਰ ਹੈ, ਦੂਜਾ ਘਰ ਹੈ। ਪਿੰਡ ਦੇ ਵਿੱਚ ਕਈ ਮਹੱਲੇ ਹੁੰਦੇ ਨੇ। ਫਲਾਣਾ ਮਹੱਲਾ ਕਹਿ ਦਿੰਦੇ ਆ ਫਲਾਣਿਆਂ ਦਾ ਮਹੱਲਾ ਆ, ਫਲਾਣਿਆਂ ਦਾ ਮਹੱਲਾ ਆ, ਫਲਾਣਿਆਂ ਦਾ ਮਹੱਲਾ। ਭਾਵੇਂ ਜਿਵੇਂ ਸ਼ਹਿਰਾਂ ਦੇ ਵਿੱਚ ਹੁਣ ਜਿਹੜੀਆਂ ਨੇ ਕਲੋਨੀਆਂ ਕੱਟ ਦਿੱਤੀਆਂ ਗਈਆਂ, ਨਾਂ ਰੱਖ ਦਿੱਤਾ ਕਲੋਨੀਆਂ। ਐਵੇਂ ਪਿੰਡਾਂ 'ਚ ਪਹਿਲਾਂ ਮਹੱਲੇ ਰੱਖੇ ਜਾਂਦੇ ਸਨ, ਸ਼ਹਿਰਾਂ 'ਚ ਵੀ ਮਹੱਲਾ ਆਖਿਆ ਜਾਂਦਾ ਸੀ। ਸੋ ਪਹਿਲਾ ਮਹੱਲਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਦੂਜਾ ਧੰਨ ਗੁਰੂ ਅੰਗਦ ਦੇਵ ਮਹਾਰਾਜ। ਇਸੇ ਤਰ੍ਹਾਂ ਪੰਜਵੇਂ ਮਹੱਲੇ 'ਚੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਪੂਰਬੀ ਜਾਤੀ ਅੰਦਰ ਸ਼ਬਦ ਉਚਾਰਨ ਤੋਂ ਪਹਿਲਾਂ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਨੂੰ ਮੰਗਲ ਰੂਪੀ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹਨ। ਜਿਵੇਂ ਗੁਰੂ ਖਾਲਸਾ ਜੀ ਗੁਰਬਾਣੀ, ਗੁਰੂ ਕਾ ਜੋ ਸ਼ਬਦ ਹੈ ਇਹ ਸਾਡੇ ਵਾਸਤੇ ਕਿਰਪਾ ਹੈ। ਕਿਰਪਾ ਭਾਵ ਸਾਡੇ ਤੇ ਰਹਿਮਤ ਹੈ। ਇਸ ਰਹਿਮਤ ਨੂੰ ਮੰਨਣ ਤੋਂ ਪਹਿਲਾਂ ਵੀ ਸਾਨੂੰ ਸੱਚੇ ਪਾਤਸ਼ਾਹ ਜੀਆਂ ਦੇ ਅੱਗੇ ਅਰਜ਼ੋਈ ਕਰਨੀ ਪੈਂਦੀ ਹੈ। ਅਰਜ਼ੋਈ ਹੈ ਸਾਹਿਬ ਜੀ ਪਹਿਲਾਂ ਮੰਗਲ ਰੂਪ ਬੀਜ ਮੰਤਰ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਉਹ ਅਕਾਲ ਪੁਰਖ ਵਾਹਿਗੁਰੂ ਜੀ, ਓੰਕਾਰ ਸਰਬ ਦਾ ਪ੍ਰਕਾਸ਼ਕ, ਭਾਵ ਉਹ ਇੱਕ ਦੀ ਕਿਰਪਾ ਹੋਈ। ਉਹਨੇ ਓੰਕਾਰ ਸ਼ਬਦ ਕਿਹਾ ਤੇ ਸਾਰੀ ਧਰਤੀ ਦਾ ਪਸਾਰਾ ਪਸਰ ਗਿਆ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ, ਕੀਤਾ ਪਸਾਉ ਏਕੋ ਕਵਾਉ। ਉਹ ਵਾਹਿਗੁਰੂ ਇੱਕ ਅਕਾਲ ਪੁਰਖ ਜੀਆਂ ਨੇ ਓੰਕਾਰ ਸ਼ਬਦ ਬੋਲਿਆ, ਓੰਕਾਰ ਦੀ ਧੁਨ ਪ੍ਰਗਟ ਹੋਈ ਤੇ ਸਾਰੀ ਸ੍ਰਿਸ਼ਟੀ ਬਣ ਗਈ। ਇਹ ਨਹੀਂ ਕਿ ਪ੍ਰਮਾਤਮਾ ਨੇ ਕਦੀ ਨਹਿਰਾਂ ਬਣਾ ਦਿੱਤੀਆਂ, ਕਦੀ ਪ੍ਰਮਾਤਮਾ ਨੇ ਸੂਰਜ ਬਣਾ ਦਿੱਤਾ, ਕਦੀ ਚੰਦਰਮਾ ਬਣਾ ਦਿੱਤਾ, ਕਦੀ ਪਸ਼ੂ ਬਣਾਏ, ਕਦੀ ਪੰਛੀ ਬਣਾਏ। ਨਹੀਂ, ਸਾਰੀ ਸ੍ਰਿਸ਼ਟੀ ਦਾ ਪਸਾਰਾ ਓੰਕਾਰ ਸ਼ਬਦ ਤੋਂ ਸਾਹਿਬ ਜੀ ਦੱਸਦੇ ਹਨ। ਇਸ ਗੱਲ ਦੀ ਗਵਾਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰਾਂ 'ਚ ਵੀ ਦਿੰਦੇ ਨੇ। ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਇੱਕ ਦੀ ਓੰਕਾਰ ਸ਼ਕਤੀ ਤੇ ਓੰਕਾਰ ਦੇ ਨਾਲ ਏਕਾ ਲਾ ਕਰਕੇ ਸਾਡੇ ਤਾਈਂ ਇਹ ਬਖਸ਼ਿਸ਼ ਕਰਦੇ ਨੇ। ਦੁਨੀਆ ਦੇ ਗ੍ਰੰਥ ਓਮ ਭਾਵ ਉਸ ਸ਼ਕਤੀ ਤੋਂ ਤੇ ਆਰੰਭ ਹੁੰਦੇ ਨੇ, ਪਰ ਇੱਕ ਤੋਂ ਆਰੰਭ ਨਹੀਂ ਹੁੰਦੇ। ਭਾਵ ਪਰਮਾਤਮਾ ਇੱਕ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਅੰਦਰ ਇਹ ਆਰੰਭਤਾ ਹੀ ਇੱਥੋਂ ਕਰਦੇ ਨੇ। ਦੁਨੀਆ ਦੇ ਜਿੰਨੇ ਗ੍ਰੰਥ ਨੇ ਉਹ ਭਾਸ਼ਾ ਦੇ ਜਿਹੜੀ ਬੋਲੀਆਂ ਨੇ, ਜਿੰਨੀਆਂ ਬੋਲੀਆਂ ਨੇ, ਜੇ ਕੋਈ ਅਰਬੀ ਜ਼ੁਬਾਨ ਦੇ ਬੋਲਣ ਵਾਲਾ ਇਲਾਕਾ ਹੈ ਉੱਥੇ ਅਰਬੀ ਤੋਂ ਸ਼ੁਰੂ ਹੁੰਦਾ ਹੈ ਗ੍ਰੰਥ, ਅਰਬੀ ਦਾ ਹੀ ਪਹਿਲਾ ਅੱਖਰ ਹੋਵੇਗਾ। ਜਿਹੜੇ ਜਿਹੜੇ ਇਲਾਕਿਆਂ ਦੇ ਵਿੱਚ ਆਪਾਂ ਜਾਵਾਂਗੇ ਸਾਰਿਆਂ ਇਲਾਕਿਆਂ ਦੀਆਂ ਬੋਲੀਆਂ ਦੇ ਵਿੱਚ ਲਿਖੇ ਹੋਏ ਗ੍ਰੰਥਾਂ ਦੀ ਬੋਲੀ ਉੱਥੋਂ ਸ਼ੁਰੂ ਹੋਵੇਗੀ, ਗ੍ਰੰਥ ਉਸ ਬੋਲੀ ਤੋਂ ਸ਼ੁਰੂ ਹੋਵੇਗਾ। ਪਰੰਤੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਜਿਹੜੀ ਸਾਰਿਆਂ ਦੀ ਸਾਂਝੀ ਬੋਲੀ ਹੈ, ਸਾਰਿਆਂ ਦੀ ਸਾਂਝੀ ਭਾਸ਼ਾ ਹੈ, ਗਣਿਤ ਭਾਸ਼ਾ, ਜਿਹਨੂੰ ਗਿਣਤੀ ਕਹਿ ਦਿੰਦੇ ਆ। ਗਣਿਤ ਭਾਸ਼ਾ ਦੇ ਵਿੱਚ ਸਾਹਿਬ ਜੀਆਂ ਨੇ ਏਕਾ ਲਾ ਕਰਕੇ ਸਾਨੂੰ ਸਾਰਿਆਂ ਤੋਂ ਸ੍ਰੇਸ਼ਟ ਕਰ ਦਿੱਤਾ, ਸਾਰਿਆਂ ਤੋਂ ਉੱਚੇ ਸਾਨੂੰ ਸ਼ਬਦ ਦੇ ਨਾਲ ਜੋੜ ਦਿੱਤਾ ਕਿ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਤੇ ਓੰਕਾਰ ਇਤਿਆਦਿਕ ਹੋਰ ਜਿਹੜੇ ਵੀ ਨਾਂ ਦੇ ਨਾਲ ਓੰਕਾਰ ਨੂੰ ਕੋਈ ਸੰਬੋਧਨ ਕਰੇ
ਉਹ ਠੀਕ ਹੈ, ਪਰ ਅਕਾਲ ਪੁਰਖ ਇੱਕ ਹੈ। ਅੱਗੇ ਕੋਈ ਓਮ ਕਹਿ ਲਵੇ, ਕੋਈ ਅੱਲਾ ਕਹਿ ਲਵੇ, ਪਰੰਤੂ ਵਾਹਿਗੁਰੂ ਇੱਕ ਹੈ। ਉਹਦੀਆਂ ਸ਼ਕਤੀਆਂ ਦੇ ਨਾਂ ਅਲੱਗ-ਅਲੱਗ ਰੱਖੇ ਜਾ ਸਕਦੇ ਨੇ ਆਪਣੀ ਜ਼ੁਬਾਨ ਮੁਤਾਬਕ, ਆਪਣੀ ਬੋਲੀ ਮੁਤਾਬਕ, ਪਰੰਤੂ ਵਾਹਿਗੁਰੂ ਇੱਕ ਹੀ ਹੈ। ਉਹ ਹਿੰਦੂ ਦਾ ਵੀ ਹੈ, ਮੁਸਲਮਾਨ ਦਾ ਵੀ ਹੈ, ਈਸਾਈ ਦਾ ਵੀ ਹੈ, ਜੈਨੀ ਦਾ ਵੀ ਹੈ ਤੇ ਬੁੱਧੀ ਦਾ ਵੀ ਹੈ। ਇਸੇ ਤਰ੍ਹਾਂ ਸਾਹਿਬ ਜੀ ਕਹਿੰਦੇ ਸਤ ਗੁਰ, ਸੱਚੇ, ਸਤ ਦਾ ਅਰਥ ਹੈ ਸੱਚ, ਗੋ ਨਾਮ ਹਨੇਰੇ ਦਾ, ਰੂਹ ਨਾਮ ਪ੍ਰਕਾਸ਼ ਕਰ ਦੇਣ ਵਾਲੇ ਦਾ। ਜਿਹੜਾ ਸੱਚਾ ਸੁੱਚਾ ਗੋ ਹਨੇਰੇ ਨੂੰ, ਰੂਹ ਹਨੇਰੇ 'ਚ ਸੱਚਾ ਸੁੱਚਾ ਇਹੋ ਜਿਹਾ ਗੁਰੂ ਜਿਹੜਾ ਹਨੇਰੇ 'ਚ ਪ੍ਰਕਾਸ਼ ਕਰ ਦੇਵੇ, ਕਹਿੰਦੇ ਪ੍ਰਸਾਦ ਉਹਦੀ ਕਿਰਪਾ ਦੁਆਰਾ ਇੱਕ ਦੀ ਪ੍ਰਾਪਤੀ ਹੁੰਦੀ ਹੈ। ਹੁਣ ਇੱਥੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਜਿੰਨਾ ਚਿਰ ਅਸੀਂ ਗੁਰੂ ਧਾਰਨਾ ਨਹੀਂ ਕਰਦੇ, ਉਹਨਾਂ ਚਿਰ ਸਾਡੇ ਤੇ ਪ੍ਰਸਾਦ ਕਿਰਪਾ ਨਹੀਂ ਹੋਣ ਲੱਗੀ। ਜੇ ਵਾਹਿਗੁਰੂ ਦੀ ਪ੍ਰਸਾਦ ਕਿਰਪਾ ਨੂੰ ਲੈਣਾ ਹੈ ਤਾਂ ਪਹਿਲਾਂ ਸਤ ਗੁਰ ਸੱਚੇ ਗੁਰੂ ਦੀ ਸ਼ਰਨ ਆਉਣਾ ਪਵੇਗਾ। ਕਿਰਪਾ ਤਾਂ ਆਵੇਗੀ ਜੇ ਸੱਚਾ ਗੁਰੂ ਮਿਲੇਗਾ। ਜੇ ਸੱਚਾ ਗੁਰੂ ਨਹੀਂ, ਜੇ ਕਈ ਵਾਰ ਸਾਡੇ ਮਨਾਂ 'ਚ ਖਿਆਲ ਆ ਜਾਂਦਾ ਕਿ ਨਹੀਂ ਗੁਰੂ ਦੀ ਲੋੜ ਨਹੀਂ, ਭਾਵ ਅੰਮ੍ਰਿਤ ਛਕਣ ਦੀ ਲੋੜ ਨਹੀਂ, ਗੁਰੂ ਤੋਂ ਬਿਨਾਂ ਅਸੀਂ ਨਾਮ ਜਪ ਕੇ ਪ੍ਰਮਾਤਮਾ ਤੱਕ ਪਹੁੰਚ ਸਕਦੇ ਹਾਂ, ਪਰੰਤੂ ਗੁਰੂ ਖਾਲਸਾ ਜੀ, ਗੁਰੂ ਸਾਡੇ ਰਸਤੇ ਨੂੰ ਸੁਖੈਨ ਕਰ ਦਿੰਦਾ ਹੈ। ਗੁਰੂ ਗਾਈਡ ਬਣ ਕੇ ਸਾਡੀ ਸਹਾਇਤਾ ਕਰਦਾ ਹੈ। ਜੇ ਅਸੀਂ ਕਿਸੇ ਇਲਾਕੇ ਤੇ, ਕਿਸੇ ਰਸਤੇ ਤੇ, ਕਿਸੇ ਪੰਥ ਤੇ ਚੱਲਣਾ ਹੈ, ਪੰਥ ਦੇ ਪਾਂਧੀ ਬਣਨਾ ਹੈ, ਪਹਿਲਾਂ ਸਾਨੂੰ ਉਸ ਦੀ ਗਾਈਡਲਾਈਨ, ਉਹਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਹਦਾਇਤਾਂ, ਉਹਨੂੰ ਸਮਝਣ ਵਾਸਤੇ ਇੱਕ ਗਾਈਡ ਦੀ ਜ਼ਰੂਰਤ ਪਵੇਗੀ। ਕਿਤੋਂ ਨਾ ਕਿਤੋਂ ਤੇ ਸਾਨੂੰ ਕੋਈ ਦੱਸੇਗਾ ਹੀ ਉਸ ਰਸਤੇ ਬਾਰੇ, ਕੁਝ ਨਾ ਕੁਝ ਤੇ ਸੂਹ ਸਾਨੂੰ ਉੱਥੋਂ ਦੀ ਕੱਢਣੀ ਪਵੇਗੀ, ਤਾਂ ਹੀ ਜਾਵਾਂਗੇ। ਗੁਰੂ ਸਾਡਾ ਉਹ ਹੈ ਜਿਹੜਾ ਸਾਨੂੰ ਸੱਚੇ ਸੁੱਚੇ ਮਾਰਗ ਤੇ, ਸੁਖੈਨ ਮਾਰਗ ਤੇ, ਪ੍ਰਮਾਤਮਾ ਦੇ ਦਰ ਤੇ ਪਹੁੰਚਣ ਵਾਸਤੇ ਪ੍ਰੇਰਿਤ ਕਰਕੇ ਸਾਰਾ ਰਸਤਾ ਸੁਖੈਨ ਢੰਗ ਦੇ ਨਾਲ ਕਢਾ ਦੇਵੇ। ਸੋ ਉਹਦੀ ਕਿਰਪਾ ਸਾਨੂੰ ਲੈਣੀ ਜ਼ਰੂਰੀ ਹੈ। ਇਹ ਉਹਦੀ ਕਿਰਪਾ ਹੈ ਗੁਰੂ ਦੀ। ਇਹ ਗੁਰੂ ਗ੍ਰੰਥ ਸਾਹਿਬ ਜੋ ਸਾਨੂੰ ਸ਼ਬਦ ਦੇ ਦੁਆਰਾ ਕਿਰਪਾ ਕਰਦੇ ਨੇ ਨਾ, ਜੋ ਸਾਨੂੰ ਸ਼ਬਦ ਦੇ ਵਿੱਚ ਮਹਾਰਾਜ ਨੁਕਤੇ, ਜੁਗਤੀਆਂ ਦੱਸਦੇ ਨੇ, ਪ੍ਰਮਾਤਮਾ ਦੇ ਦਰ ਤੇ ਪੁੱਜਣ ਦੀਆਂ ਸੌਖੇ ਤੋਂ ਸੌਖਾ ਢੰਗ ਦੱਸ ਰਹੇ ਨੇ, ਇਹੀ ਪ੍ਰਸਾਦ ਕਿਰਪਾ ਹੈ। ਹੁਣ ਆਪਾਂ ਗੁਰੂ ਦੀ ਕਿਰਪਾ ਨੂੰ ਲੈਣ ਵਾਸਤੇ ਮਹਾਰਾਜ ਜੀਆਂ ਦੇ ਸ਼ਬਦ ਦੇ ਨਾਲ ਜੁੜਨਾ ਹੈ। ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਕਵਨ ਗੁਣ ਪ੍ਰਾਨ ਪਾਤ ਮਿਲੋ ਮੇਰੀ ਮਾਈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਆਪਣੇ ਆਪ ਨੂੰ ਨਿਮਰਤਾ, ਸੱਚੇ ਪਾਤਸ਼ਾਹ ਜੀ ਨਿਮਰਤਾ ਦੀ ਖਾਨ ਹਨ। ਮਹਾਰਾਜ ਬਖਸ਼ਿਸ਼ ਕਰਦੇ ਹਨ, ਜਿਵੇਂ ਇੱਕ ਸੁਹਾਗਵਤੀ, ਜਿਹੜੀ ਸੁਹਾਗਣ ਇਸਤਰੀ ਹੈ, ਉਹ ਆਪਣੀ ਮਾਂ ਨੂੰ ਪੁੱਛਦੀ ਹੈ, ਉਹਦੇ ਪਤੀ ਦਾ ਵਿਛੋੜਾ ਪੈ ਗਿਆ ਹੈ, ਕਿ ਹੇ ਮੇਰੀ ਮਾਂ, ਇੱਕ ਮਹਾਰਾਜ ਉਦਾਹਰਣ ਦੇ ਕੇ, ਜਿਵੇਂ ਕਿਸੇ ਗੱਲ ਨੂੰ ਸੌਖੇ ਤਰੀਕੇ ਦੇ ਨਾਲ ਸਮਝਾਉਣ ਵਾਸਤੇ ਉਹਦੇ ਤੋਂ ਪਹਿਲਾਂ ਉਦਾਹਰਣ ਦੇ ਦਿੱਤੀ ਜਾਂਦੀ ਹੈ ਕਿ ਜੇ ਉਦਾਹਰਣ ਦੇ ਨਾਲ ਅਗਲੇ ਨੂੰ ਸਮਝਾਇਆ ਜਾਵੇ ਤੇ ਸੌਖਾ ਸਮਝ ਜਾਂਦਾ। ਜਿਵੇਂ ਸਕੂਲ ਦੇ ਵਿੱਚ ਆਪਾਂ ਬੱਚੇ ਨੂੰ ਪਹਿਲੀ ਕਲਾਸ ਤੋਂ, ਨਰਸਰੀ ਤੋਂ ਪੜ੍ਹਨ ਵਾਸਤੇ ਭੇਜਦੇ ਹਾਂ ਤੇ ਪਹਿਲਾਂ ਉਹਨੂੰ ਇਹ ਗੱਲ ਕਹੀ ਜਾਂਦੀ ਹੈ, ਬੋਲ A ਫॉर ਐਪਲ, ਭਾਵ ਉਹਦਾ ਕੀ ਅਰਥ ਹੈ ਕਿ A ਐਪਲ ਨੂੰ ਵੇਖ ਕਰਕੇ, ਸੇਬ ਨੂੰ ਵੇਖ ਕਰਕੇ ਉਹਦੇ ਅੰਦਰ A ਦੀ ਜਿਹੜੀ ਹੈ ਆਵਾਜ਼ ਚੇਤੇ ਰਵੇਗੀ। B ਫॉर ਬਾਲ, ਉਹਨੂੰ ਇਹ ਸਮਝ ਰਵੇਗੀ, ਭਾਵ ਉਹਨੂੰ ਸਾਖੀ, ਅੱਗੇ ਉਹਦੇ ਅੱਗੇ ਚਿੱਤਰ ਬਣਾ ਦਿੱਤਾ ਜਾਂਦਾ ਹੈ। ਐਵੇਂ ਹੀ ਇਹ ਜਿਹੜੀਆਂ ਉਦਾਹਰਨਾਂ ਨੇ, ਇਹ ਸਾਡੇ ਗਾੜੀ ਚਿੱਤਰ ਰੂਪ ਨੇ, ਸਾਡੇ ਗਾੜੀ ਸਿੱਖਿਆ ਦੇਣ ਵਾਸਤੇ ਮਹਾਰਾਜ ਨੇ ਉਦਾਹਰਣ ਦੇ ਕਰਕੇ ਸਮਝਾਇਆ ਹੈ। ਜਿਵੇਂ ਇੱਕ ਜੀਵ ਰੂਪੀ ਇਸਤਰੀ, ਮੰਨ ਲਈਏ ਕਿ ਇੱਕ ਔਰਤ ਆਪਣੀ ਮਾਂ ਨੂੰ ਪੁੱਛੇ ਕਿ ਹੇ ਮਾਂ, ਕਵਣ ਗੁਣ ਪ੍ਰਾਣਪਤ, ਮੇਰਾ ਜਿਹੜਾ ਪਤੀ ਹੈ, ਘਰ ਵਾਲਾ ਹੈ ਜਿਹੜਾ ਮੇਰਾ, ਕਿਹੜੇ ਗੁਣਾਂ ਦੇ ਨਾਲ, ਮੇਰੇ 'ਚ ਕਿਹੜੇ ਕਿਹੜੇ ਮਾਂ ਗੁਣ ਹੋਣ, ਮਿਲੋ ਮੇਰੀ ਮਾਈ, ਇਹ ਮੇਰੀ ਮਾਂ ਮੈਨੂੰ ਦੱਸ ਕਿਹੜੇ ਗੁਣਾਂ ਦੇ ਨਾਲ ਮੈਂ ਆਪਣੇ ਪਤੀ ਨੂੰ ਮਿਲ ਸਕਦੀ ਹਾਂ, ਮੇਰੇ ਘਰ ਵਾਲੇ ਦੇ ਨਾਲ ਜੇ ਮੇਰਾ ਮਿਲਾਪ ਹੋਵੇ ਤੇ ਕਿਹੜਾ ਗੁਣ ਹੋਵੇਗਾ, ਕਿਉਂਕਿ ਤੂੰ ਆਪਣੇ ਪਤੀ ਦੇ ਨਾਲ, ਉਹਦੇ ਪਤੀਵ੍ਰਤਾ ਧਰਮ ਦੇ ਵਿੱਚ ਰਹੀ ਹੈ, ਤਾਂ ਹੀ ਸਾਨੂੰ ਪੈਦਾ ਕੀਤਾ ਹੈ, ਤਾਂ ਹੀ ਅੱਜ ਤੂੰ ਆਪਣੇ ਪਤੀ ਦੇ ਧਰਮ ਦੇ ਵਿੱਚ ਰਹਿ ਕਰਕੇ ਬੁਢੇਪੇ ਦੇ ਵਿੱਚ ਆਈ ਹੈ ਤੇ ਸੌਖੀ ਤੇ ਖੁਸ਼ੀਆਂ ਭਰੇ ਦਿਨ ਕੱਟੇ ਨੇ। ਹੇ ਮੇਰੀ ਮਾਂ, ਮੈਨੂੰ ਵੀ ਕੋਈ ਇਹੋ ਜਿਹਾ ਗੁਣ ਦੱਸ ਦੇ, ਮੈਨੂੰ ਵੀ ਕੋਈ ਇਹੋ ਜਿਹਾ ਰਾਹ ਦੱਸ ਦੇ ਜਿਹਦੇ ਨਾਲ ਮੈਂ ਆਪਣੇ ਪਤੀ ਦੇ ਨਾਲ ਮਿਲਾਪ ਕਰ ਲਵਾਂ। ਸੋ ਇਸੇ ਤਰ੍ਹਾਂ ਹੀ ਗੁਰੂ ਖਾਲਸਾ ਜੀ, ਜਿਹੜੀ ਜੀਵ ਰੂਪੀ ਇਸਤਰੀ ਹੈ, ਜਿਵੇਂ ਹੁਣ ਅਸੀਂ ਭਾਵੇਂ ਪੁਰਸ਼ਾਂ ਦਾ ਸਰੀਰ ਹੈ, ਪਰ ਅਸੀਂ ਜੇ ਪਰਮਾਰਥ ਦੇ ਰਸਤੇ ਤੇ ਪ੍ਰਮਾਤਮਾ ਤੱਕ ਪੁੱਜਣਾ ਹੈ ਤੇ ਪਤੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੂੰ ਆਪਣਾ ਪਤੀ ਜਾਣਦੇ ਹੋਏ ਸਾਨੂੰ ਇਹ ਗੱਲ ਸਮਝਣੀ ਪਵੇਗੀ ਕਿ ਉਹ ਸਾਡਾ ਪ੍ਰਮਾਤਮਾ ਪਤੀ ਹੈ, ਅਸੀਂ ਜੀਵ ਰੂਪੀ ਇਸਤਰੀਆਂ ਉਹਦੀਆਂ ਇਸਤਰੀਆਂ ਹਾਂ, ਤੇ ਸਾਨੂੰ
ਗੁਰੂ ਦੇ ਪਿਆਰਿਆਂ ਦੀ ਸੰਗਤ ਦੇ ਵਿੱਚ ਜਿਹੜੇ ਸਾਡੇ ਸਾਧੂ ਜਨ ਹਨ, ਜਗਿਆਸੂ ਦੀ ਬਿਰਤੀ ਇਹੋ ਜਿਹੀ ਹੋਵੇ, ਉਹ ਸਾਧੂ ਨੂੰ ਪੁੱਛੇ ਕਿ ਹੇ ਸਾਧੂ ਜਨੋ, ਹੇ ਮੇਰੇ ਮਾਂ ਸਰੂਪ ਸਾਧੂ ਜਨੋ, ਮੈਨੂੰ ਦੱਸਣਾ ਕਰੋ ਕਵਣ ਗੁਣ ਪ੍ਰਾਣ ਪਤ, ਪ੍ਰਾਣਾਂ ਦੇ ਪਤੀ, ਸਵਾਸਾਂ ਦੇ ਪਤੀ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਕਿਹੜੇ ਗੁਣਾਂ ਦੇ ਨਾਲ ਮਿਲਿਆ ਜਾ ਸਕਦਾ ਹੈ। ਹੁਣ ਅਸੀਂ ਜਗਿਆਸੂ, ਜਿਸ ਤਰ੍ਹਾਂ ਇੱਕ ਜਗਿਆਸੂ ਬਿਰਤੀ ਵਾਲਾ ਜੀਵ, ਇਹ ਬੇਨਤੀ ਜਿਹੜਾ ਹੈ ਉਹ ਇੱਕ ਸਾਧੂ ਦੇ ਗਾੜੀ ਉਹ ਜਿਹੜਾ ਮਿਲਿਆ ਹੋਇਆ ਹੈ, ਜਿਵੇਂ ਮਾਂ ਨੇ ਸਾਰੀ ਜ਼ਿੰਦਗੀ ਪਤੀ ਦੇ ਨਾਲ ਬੜੇ ਸੌਖੇ ਤਰੀਕੇ ਦੇ ਨਾਲ ਕੱਢੀ ਹੈ, ਉਵੇਂ ਇੱਕ ਜਿਵੇਂ ਸਾਧੂ ਨੇ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਕੀਤੀ ਤੇ ਖੇੜੇ ਦੇ ਵਿੱਚ ਕੱਢਿਆ, ਉਹ ਇਹੋ ਜਿਹੇ ਸਾਧੂ ਨੂੰ ਇਹ ਪ੍ਰਸ਼ਨ ਪੁੱਛਿਆ। ਜਿਵੇਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਭਾਈ ਇਸ ਤਰ੍ਹਾਂ ਆਪਣੇ ਮਨ ਨੂੰ ਨੀਵਾਂ ਕਰਕੇ, ਆਪਣੇ ਮਨ ਨੂੰ ਨਿਵਾਣਾ ਕਰਕੇ ਉਹ ਗੁਰੂ ਦੇ ਪਿਆਰ ਦੇ ਵਿੱਚ ਭਿੱਜੇ ਹੋਏ ਪਿਆਰਿਆਂ ਨੂੰ ਪੁੱਛਣ ਦਾ ਯਤਨ ਕਰੀਏ ਕਿ ਕਿਸ ਤਰੀਕੇ ਪ੍ਰਮਾਤਮਾ ਦੇ ਨਾਲ ਸਾਡਾ ਮੇਲ ਹੋ ਸਕਦਾ ਹੈ। ਰਹਾਉ ਰਹਾਉ ਦਾ ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਰੂਪਹੀਨ ਬੁੱਧ ਬਾਲਹੀਨੀ, ਮੋਹ ਪ੍ਰਦੇਸ਼ਨ ਦੂਰ ਤੇ ਆਈ। ਉਦਾਹਰਣ ਉਹੀ ਹੈ, ਮਹਾਰਾਜ ਸੱਚੇ ਪਾਤਸ਼ਾਹ ਸਾਰੇ ਸ਼ਬਦ ਦੇ ਵਿੱਚ ਪਹਿਲਾਂ ਉਦਾਹਰਣ ਜਿਹੜੀ ਹੈ ਉਦਾਹਰਣ ਨੂੰ ਦੇ ਕਰਕੇ ਸਮਝਾਉਂਦੇ ਨੇ। ਆਪਾਂ ਉਦਾਹਰਣ ਦਾ ਅਰਥ ਪਹਿਲਾਂ ਸੁਖੈਨ ਤਰੀਕੇ ਦੇ ਨਾਲ ਜਦੋਂ ਸਮਝ ਲਿਆ, ਫਿਰ ਪਰਮਾਤਮਾ ਦੇ ਦਰ ਤੇ ਪੁੱਜਣ ਦਾ ਰਸਤਾ ਜਿਹੜਾ ਅਧਿਆਤਮਕ ਜਿਹੜਾ ਪਰਮਾਰਥ ਅਰਥ ਹੈ ਉਹ ਵੀ ਸਮਝ ਆ ਜਾਵੇਗਾ। ਹੁਣ ਇੱਕ ਔਰਤ ਆਪਣੀ ਮਾਂ ਨੂੰ ਪੁੱਛੇ ਕਿ ਮਾਂ ਮੇਰੇ ਕੋਲ ਰੂਪਹੀਣ, ਮੈਂ ਸੋਹਣੀ ਵੀ ਨਹੀਂ ਆ, ਬੁੱਧ ਮੇਰੇ ਕੋਲ ਬਹੁਤੀ ਬੁੱਧੀ ਅਕਲ ਵੀ ਨਹੀਂ ਹੈ, ਬਲਹੀਨੀ ਸਰੀਰ ਕਰਕੇ ਵੀ ਬਹੁਤਾ ਬਲ ਨਹੀਂ ਹੈ ਮਾਂ, ਮੋਹੇ ਪ੍ਰਦੇਸ਼ਨ, ਮੈਂ ਤੇ ਮਾਂ ਪ੍ਰਦੇਸ਼ਨ ਆ, ਪ੍ਰਦੇਸ਼ ਤੋਂ ਆਈ ਆ, ਮੇਰਾ ਦੇਸ਼ ਵੀ ਇਹ ਨਹੀਂ, ਦੂਰ ਤੇ ਆਈ, ਬੜੀ ਦੂਰ ਤੋਂ ਆਈ ਹਾਂ, ਹੇ ਮੇਰੀ ਮਾਂ ਮੈਨੂੰ ਦੱਸ ਮੇਰਾ ਪਤੀ ਏਡਾ ਸੋਹਣਾ ਹੈ, ਮੇਰਾ ਪਰਮੇਸ਼ਰ ਰੂਪ ਪਤੀ ਹੈ ਉਹ ਬੜਾ ਸੋਹਣਾ ਹੈ, ਉਹ ਰੂਪ ਵਾਲਾ ਵੀ ਹੈ, ਬੁੱਧ ਵਾਲਾ ਵੀ ਹੈ, ਬਲ ਵਾਲਾ ਵੀ ਹੈ ਵੀ ਦੇਸ਼ 'ਚ ਵਸਣ ਵਾਲਾ ਹੈ ਤੇ ਇੱਥੋਂ ਦਾ ਰਹਿਣ ਵਾਲਾ ਹੈ, ਮੇਰਾ ਉਹਦੇ ਨਾਲ ਸੰਬੰਧ ਕਿਵੇਂ ਬਣੇਗਾ, ਮੇਰਾ ਉਹਦੇ ਨਾਲ ਮੇਲ ਕਿਵੇਂ ਹੋਵੇਗਾ। ਨਾਹਿਨ ਦਰਬ ਨ ਜੋਬਨ ਮਾਤੀ, ਮੋਹ ਅਨਾਥ ਕੀ ਕਰਹੁ ਸਮਾਈ। ਹੇ ਮੇਰੀ ਮਾਂ, ਨਾਹਿਨ ਦਰਬ, ਨਾ ਮੇਰੇ ਕੋਲ ਪੈਸਾ ਹੈ ਕਿ ਮੈਂ ਆਪਣੇ ਪਤੀ ਨੂੰ ਪੈਸੇ ਦੇ ਨਾਲ ਦੇ ਕੇ ਰੁਝਾ ਲਵਾਂ, ਨਾ ਜੋਬਨ ਮਾਤੀ, ਨਾ ਮੈਂ ਜਵਾਨੀ ਦੇ ਵਿੱਚ ਪੂਰੀ ਐਨ ਗੂੜ ਰੰਗੀ ਹੋਈ ਹੈ, ਜਵਾਨੀ ਵੀ ਨਹੀਂ ਮੇਰੇ ਤੇ ਪੂਰੀ ਹੈ। ਹੁਣ ਮੇਰੀ ਮਾਂ ਮੋਹੇ ਅਨਾਥ ਕੀ ਕਰੋ ਸਮਾਈ, ਮੇਰਾ ਕੋਈ ਨਾਥ, ਮੇਰਾ ਪਤੀ ਮੇਰਾ ਬਣ ਨਹੀਂ ਰਿਹਾ, ਮੇਰਾ ਪਤੀ ਮੇਰੇ ਨਾਲ ਜੁੜ ਨਹੀਂ ਰਿਹਾ, ਮੈਂ ਤੇ ਅਨਾਥ ਹਾਂ, ਮੇਰਾ ਨਾਥ ਨਹੀਂ ਹੈ। ਕਰੋ ਸਮਾਈ, ਮੇਰੀ ਸਮਾਈ ਕਰਨਾ ਕਰੋ, ਮੈਨੂੰ ਸਮਝਾਉਣਾ ਕਰੋ ਇਹ ਸਾਰੀ ਗੱਲ ਮੇਰੀ ਮਾਂ, ਮੈਂ ਕਿੱਦਾਂ ਇਸ ਗੱਲ ਨੂੰ ਸਮਝਾਂ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ। ਮੈਂ ਤੇ ਮਾਂ ਖੋਜਦੀ ਲੱਭਦੀ ਵੈਰਾਗ ਦੇ ਵਿੱਚ ਰੋਂਦੀ ਫਿਰਦੀ ਆ ਕਿ ਮੇਰਾ ਪ੍ਰਭੂ ਪਤੀ ਜਿਹੜਾ ਮੈਨੂੰ ਦਰਸ਼ਨ ਦੇਵੇ, ਹਉ ਫਿਰਤ ਤਿਸਾਈ, ਮੈਂ ਤੇ ਤਰਸਦੀ ਫਿਰਦੀ ਆ ਕਿਵੇਂ ਮੇਰਾ ਘਰ ਵਾਲਾ ਮੈਨੂੰ ਮਿਲ ਜਾਵੇ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ 부ਝਾਈ। ਜਦੋਂ ਉਹ ਆਪਣੀ ਮਾਂ ਦੇ ਕੋਲ ਜਾਂਦੀ ਹੈ ਨਾ, ਫਿਰ ਉਹਦੀ ਮਾਂ ਉਹਦੇ ਗੁਣਾਂ ਨੂੰ ਵੇਖਦੀ ਹੋਈ, ਆਪਣੀ ਧੀ ਨੂੰ ਜਾਣਦੀ ਹੋਈ, ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮੇਰੀ ਧੀ ਹੈ, ਇਸੇ ਤਰ੍ਹਾਂ ਹੀ ਗੁਰੂ ਖਾਲਸਾ ਜੀ ਉਹ ਫਿਰ ਮਾਂ ਧੀ ਨੂੰ ਸਮਝਾ ਦਿੰਦੀ ਹੈ। ਤੇ ਮਾਂ ਕੀ ਕਹਿੰਦੀ ਹੈ ਵੀ ਜਿੱਥੇ 4 ਸੁਹਾਗਣਾਂ ਬੈਠੀਆਂ ਨੇ, ਉਹਨਾਂ ਸਾਧ ਸੰਗਤ ਸੁਹਾਗਣਾਂ ਬੈਠੀਆਂ ਨੇ, ਜਿੱਥੇ ਉਹਨਾਂ ਦੇ ਵਿੱਚ ਜਾ ਕਰਕੇ ਉਹ ਜਲਨ ਬੁਝਾਈ, ਉਹਨਾਂ ਦੇ ਕੋਲੋਂ ਸਿੱਖਿਆ ਲੈਂਦੀ ਹੈ। ਜਿਵੇਂ ਸਾਧ ਸੰਗਤ ਸਾਧੂ ਬੈਠੇ ਹੁਣ ਉਹਨਾਂ ਦੀ ਸੰਗਤ ਕਰਦਾ ਹੈ ਜੀਵ ਤੇ ਗੁਰੂ ਨਾਲ ਜੁੜਦਾ ਹੈ, ਐਵੇਂ ਜਿੱਥੇ 4 ਸੁਹਾਗਣਾਂ ਬੈਠੀਆਂ ਹੁਣ ਉਹਨਾਂ ਚੋਂ ਗੱਲ ਸੁਣਦੀ ਹੈ, ਉਹਨਾਂ ਦੇ ਕੋਲੋਂ ਸਿੱਖਿਆਵਾਂ ਲੈ ਕਰਕੇ ਪਤੀ ਨੂੰ ਖੁਸ਼ ਕਰ ਲੈਂਦੀ ਹੈ। ਹੁਣ ਦੁਬਾਰਾ ਸ਼ਬਦ ਪੜੋ। ਹਾਂਜੀ। ਕਵਨ ਗੁਣ ਪ੍ਰਾਨ ਪਤ, ਮਿਲੋ ਮੇਰੀ ਮਾਈ। ਮਾਂ ਮੈਂ ਕਿਹੜੇ ਤਰੀਕੇ ਦੇ ਨਾਲ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਾਂ, ਮੈਨੂੰ ਦੱਸ ਪ੍ਰਾਣਾਂ ਦੇ ਪਤੀ ਦੇ ਨਾਲ ਮੇਰਾ ਮੇਲ ਕਿਵੇਂ ਹੋਵੇਗਾ। ਰਹਾਉ ਰੂਪਹੀਨ ਬੁੱਧ ਬਲਹੀਨੀ, ਮੋਹ ਪਰਦੇਸ਼ਨ ਦੂਰ ਤੇ ਆਈ। ਜਿਵੇਂ ਉਹ ਜੀਵ, ਜਿਵੇਂ ਇਸਤਰੀ ਨੇ ਮਾਂ ਨੂੰ ਪੁੱਛਿਆ ਕਿ ਮਾਂ ਮੇਰੇ ਕੋਲ ਰੂਪ ਵੀ ਨਹੀਂ ਹੈ, ਬੁੱਧ ਵੀ ਨਹੀਂ ਹੈ, ਬਲ ਤੋਂ ਵੀ ਹੀਣੀ ਹਾਂ, ਮੈਂ ਪ੍ਰਦੇਸ਼ ਤੋਂ ਆਈ ਹੋਈ ਹਾਂ, ਐਵੇਂ ਜਿਹੜੀ ਜੀਵ ਰੂਪ ਇਸਤਰੀ ਹੈ
ਉਹ ਸਾਧੂ ਦੇ ਅੱਗੇ ਰਜੋਈ ਕਰੇ, ਉਹ ਗੁਰੂ ਕੇ ਪਿਆਰਿਆਂ ਦੇ ਅੱਗੇ ਰਜੋਈ ਕਰੇ, ਹੇ ਗੁਰੂ ਕੇ ਪਿਆਰਿਓ, ਮੈਂ ਗੁਣਾ ਰੂਪੀ ਸਤ ਸੰਤੋਖ ਦਇਆ ਧਰਮ ਦੇ ਜਿੰਨੇ ਵੀ ਗੁਣ ਹਾਂ ਉਹਨਾਂ ਤੋਂ ਐਸੇ ਮੈਂ ਸੁੰਦਰ ਰੂਪ ਤੋਂ ਹੀਣੀ ਹਾਂ। ਮੇਰੇ ਕੋਲ ਬੁੱਧ, ਕਿਉਂਕਿ ਗੁਰੂ ਖਾਲਸਾ ਜੀ ਪ੍ਰਮਾਤਮਾ ਇਸ ਬੁੱਧ ਤੋਂ ਬੜਾ ਪਰੇ ਹੈ। ਇਹ ਬੁੱਧ ਉੱਥੇ ਤੱਕ ਪੁੱਜ ਨਹੀਂ ਸਕਦੀ ਜਿੱਥੇ ਪ੍ਰਮਾਤਮਾ ਪੁੱਜ ਜਾਂਦਾ ਹੈ। ਉਹ ਸਾਧੂ ਨੂੰ ਕਵੇ, ਹੇ ਸਾਧੂ ਜਨੋ, ਮੈਂ ਬੁੱਧ ਤੋਂ ਵੀ ਹੀਣੀ ਹਾਂ, ਮੈਂ ਬਲ ਤੋਂ ਵੀ ਹੀਣੀ ਹੈ। ਇੰਨਾ ਬਲ ਵੀ ਨਹੀਂ ਕਿ ਮੈਂ ਪ੍ਰਮਾਤਮਾ ਨੂੰ ਪਾ ਲਵਾਂ। ਮੋਹੇ ਪਰਦੇਸਨ, ਮੈਂ ਪ੍ਰਦੇਸ ਭਾਵ ਮੈਨੂੰ ਪਤਾ ਨਹੀਂ, ਮੇਰਾ ਦੇਸ਼ ਪਰਦੇਸ ਹੈ, ਪਰਾਏ ਦੇਸ਼ ਤੋਂ ਆਈ ਹੋਈ ਹਾਂ। ਦੂਰ ਤੇ ਆਈ, ਮੈਂ ਦੂਰ ਤੋਂ ਆਈ ਹਾਂ। ਕਿਹੜੇ ਗੁਣਾਂ ਦੇ ਨਾਲ? ਮੇਰੇ 'ਚ ਕੋਈ ਇਹੋ ਜਿਹਾ ਗੁਣ ਗੁਰੂ ਕੇ ਪਿਆਰੇ ਜਨੋ, ਕੋਈ ਇਹੋ ਜਿਹੀ ਲੀਲਾ ਮੈਨੂੰ ਦੱਸ ਦੇਵੋ ਜਿਸ ਲੀਲਾ ਦੇ ਨਾਲ ਮੈਨੂੰ ਪ੍ਰਦੇਸ਼ ਤੋਂ ਆਈ ਹੋਈ ਨੂੰ ਦੇਸ਼ 'ਚ ਰਹਿੰਦਾ ਸੋਹਣਾ ਸੱਜਾ ਅਕਾਲ ਪੁਰਖ ਵਾਹਿਗੁਰੂ ਪਤੀ ਮਿਲ ਜਾਵੇ। ਇਹ ਜਗਿਆਸੂ ਦੀ ਬਿਰਤੀ ਹੋਵੇ, ਇਹ ਜਗਿਆਸੂ ਦੀ ਆਸਥਾ ਹੋਵੇ। ਜਗਿਆਸੂ ਕੀ ਕਰੇ? ਪ੍ਰਮਾਤਮਾ ਗਾੜੀ ਇਹ ਅਰਜ਼ੋਈ ਕਰੇ, ਗੁਰੂ ਅੱਗੇ ਅਰਜ਼ੋਈ ਕਰੇ ਨਿਮਾਣਾ ਬਣ ਕੇ। ਗੁਰੂ ਖਾਲਸਾ ਜੀ, ਸਾਡੇ 'ਚ ਅੱਜ ਇਹ ਗੱਲਾਂ ਨਹੀਂ ਰਹਿ ਗਈਆਂ। ਅਸੀਂ ਨਿਮਾਣੇ ਪੁਣੇ ਨੂੰ ਤਿਆਗਦੇ ਹੋਏ ਆਪਣੇ ਆਪ ਦੇ ਅੰਦਰ ਹਉਮੈ ਦਾ ਪ੍ਰਗਟਾਵਾ ਜ਼ਿਆਦਾ ਕਰ ਬੈਠਦੇ ਹਾਂ। ਅਸੀਂ ਸੋਚਦੇ ਹਾਂ, ਨਹੀਂ ਮੈਂ ਬਹੁਤ ਸੁਨੱਖਾ ਹਾਂ, ਮੇਰੇ ਕੋਲ ਅਕਲ ਬਹੁਤ ਹੈ, ਮੇਰੇ ਕੋਲ ਬਲ ਬਹੁਤ ਹੈ, ਮੈਂ ਕਿਸੇ ਪ੍ਰਦੇਸ਼ ਦੇਸ਼ ਨੂੰ ਨਹੀਂ ਜਾਣਦਾ, ਮੇਰੇ ਕੋਲ ਸਾਰੀਆਂ ਤਾਕਤਾਂ ਨੇ, ਮੈਂ ਨਹੀਂ ਕਿਸੇ ਤੋਂ ਡਰਦਾ। ਪ੍ਰਭੂ ਪ੍ਰਮਾਤਮਾ ਦੇ ਦਰ ਤੇ ਹੰਕਾਰ ਨਹੀਂ ਪਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਦੇ ਵਿੱਚ ਜਿੱਥੇ ਮਰਜ਼ੀ ਪੜ੍ਹ ਲਓ, ਗੁਰੂ ਖਾਲਸਾ ਜੀ, ਹਰਜੂ ਅਹੰਕਾਰ ਨਾ ਭਾਵਈ, ਹਰਜੂ ਹੰਕਾਰ ਨਾ ਭਾਵਈ। ਪ੍ਰਮਾਤਮਾ ਦੇ ਦਰ ਤੇ ਹੰਕਾਰ ਨਹੀਂ ਪਾਉਂਦਾ, ਹੰਕਾਰੀ ਬੰਦਾ ਨਹੀਂ ਪਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜ਼ੋਈ ਕਰਕੇ ਨਿਮਾਣੇ ਬਣ ਕੇ ਨਿਤਾਣੇ ਬਣ ਕੇ ਜਾਣਾ ਪਵੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹੀ ਸਮਝਾਉਂਦੇ ਨੇ ਕਿ ਜੀਵ ਰੂਪੀ ਇਸਤਰੀ ਬਣ ਕੇ ਪ੍ਰਮਾਤਮਾ ਦੇ ਦਰ ਦੇ ਉੱਪਰ ਪੁੱਜਣ ਦਾ ਯਤਨ ਕਰ। ਰੂਪ ਤੋਂ ਹੀਣੀ ਜਾਣ ਆਪਣੇ ਆਪ ਨੂੰ। ਗੁਣਾ ਰੂਪੀ ਰੂਪ ਤੂੰ ਸੋਚ ਕੇ ਮੇਰੇ ਕੋਲ ਨਹੀਂ ਹੈ, ਮੇਰੇ ਕੋਲ ਬੁੱਧ ਵੀ ਨਹੀਂ ਹੈ ਕਿ ਮੈਂ ਬੁੱਧ ਦੇ ਨਾਲ, ਦਿਮਾਗ ਦੇ ਨਾਲ, ਜੁਗਤੀਆਂ ਦੇ ਨਾਲ ਪ੍ਰਮਾਤਮਾ ਤੱਕ ਪੁੱਜ ਸਕਾਂ। ਬਲ ਵੀ ਨਹੀਂ ਹੈ ਇੰਨਾ ਕਿ ਮੈਂ ਉਹਨਾਂ ਬਾਹਾਂ ਰੂਪੀ ਬਲ ਦੇ ਨਾਲ ਪ੍ਰਮਾਤਮਾ ਦੇ ਦਰ ਤੇ ਪਹੁੰਚ ਸਕਾਂ। ਮੋਹੇ ਪ੍ਰਦੇਸਨ, ਮੈਂ ਬਹੁਤ ਜ਼ਿਆਦਾ ਪ੍ਰਦੇਸਨ ਦੂਰ ਤੋਂ ਆਈ ਹੋਈ ਹਾਂ। ਆਪਣੇ ਆਪ ਨੂੰ ਐਸ ਧਰਤੀ ਤੇ ਬੈਠ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਜੀਆਂ ਤੋਂ ਦੂਰ ਵੇਖ ਕੇ ਮੈਂ ਬੜੀ ਦੂਰੋਂ ਆਈ ਹੋਈ ਹਾਂ ਪ੍ਰਮਾਤਮਾ ਦੇ ਦਰ ਤੇ। ਇਹ ਸਰੀਰ ਜਿਹੜਾ ਹੈ ਨਾ, ਇਹ ਇੱਕ ਗੇੜੇ ਚੋਂ ਨਹੀਂ ਆਇਆ। ਕਈ ਵਾਰ ਆਪਾਂ ਸੋਚਦੇ ਹਾਂ ਕਿ ਸ਼ਾਇਦ ਇਹ ਜੂਨ ਮਿਲ ਗਈ ਹੈ, ਪਤਾ ਨਹੀਂ ਬਾਅਦ 'ਚ ਫਿਰ ਮਨੁੱਖਾ ਦੇਹੀ ਮਿਲੇਗੀ। ਨਹੀਂ, 84 ਲੱਖ ਜੂਨ ਦਾ ਬੜਾ ਵੱਡਾ ਗੇੜਾ ਹੈ। ਬੜੇ ਵੱਡੇ ਗੇੜ ਚੋਂ ਗੁਰੂ ਖਾਲਸਾ ਜੀ ਲੰਘ ਕੇ ਆਏ ਆ। ਜਦੋਂ ਅਸੀਂ ਕਈ ਵਾਰ ਗੁਰਬਾਣੀ ਦਾ ਕੋਈ ਸ਼ਬਦ ਚੱਲਦਾ ਹੋਵੇ ਨਾ, ਤੇ ਅਸੀਂ ਸੋਚ ਲੈਂਦੇ ਹਾਂ ਕਿ ਬੜੀ ਸੌਖਾ ਜਿਹਾ ਸੁਖੈਣ ਜਿਹੇ ਤਰੀਕੇ ਦੇ ਨਾਲ ਕਿ ਅਸੀਂ ਸ਼ਾਇਦ ਛੋੜੇ ਜਿਹੇ ਗੇੜ ਦੇ ਵਿੱਚੋਂ ਲੰਘ ਕੇ ਆਏ ਹੋਏ ਆ। ਨਹੀਂ, ਗੁਰੂ ਖਾਲਸਾ ਜੀ 84 ਲੱਖ ਜੂਨਾਂ ਦੇ ਵਿੱਚੋਂ ਪਹਾੜ ਵਰਗੀਆਂ ਜੂਨਾਂ ਦੀ ਲੱਖਾਂ ਲੱਖਾਂ ਵਰੇ ਉਮਰ ਹੈ। ਉਹਨਾਂ ਇੰਨੀ ਦੂਰੀ ਤੋਂ ਅਸੀਂ ਤੈਅ ਕਰਦੇ ਹੋਏ ਕਰੋੜਾਂ ਸਾਲ ਲੱਗ ਗਏ, ਫਿਰ ਇਸ ਸਰੀਰ ਦੇ ਵਿੱਚ ਆਏ ਹਾਂ। ਇਸ ਕਰਕੇ ਇਸ ਸਰੀਰ ਨੂੰ ਸਫਲ ਕਰਨ ਦੇ ਵਾਸਤੇ ਪ੍ਰਮਾਤਮਾ ਦੇ ਅੱਗੇ ਜਿੰਨੀਆਂ ਜੁਗਤੀਆਂ ਨੇ, ਨਿਮਾਣੇ ਬਣਨ ਤੋਂ ਵੱਡੀ ਜੁਗਤੀ ਕੋਈ ਨਹੀਂ ਹੈ। ਮਹਾਰਾਜ ਕਹਿੰਦੇ ਨੀਵੇਂ ਹੋ ਕਰਕੇ, ਨਿਮਾਣੇ ਹੋ ਕਰਕੇ, ਝੁਕ ਕਰਕੇ ਜਿਹੜੀ ਪ੍ਰਮਾਤਮਾ ਨੂੰ ਪਾ ਲੈਣ ਵਾਲੀ ਜੁਗਤੀ, ਉਹਦੇ ਤੋਂ ਅੱਗੇ ਕੋਈ ਜੁਗਤੀ ਨਹੀਂ। ਮਹਾਰਾਜ ਕਹਿੰਦੇ ਆਪਣੇ ਆਪ ਨੂੰ ਸਭ ਤੋਂ ਹੀਣੇ ਜਾਣਦੇ ਹੋਏ ਅੱਗੇ ਅਰਜ਼ੋਈ ਕਰਨਾ ਕਰੀਏ ਜੀ। ਨਾਹਿਨ ਦਰਬ ਨਾ ਜੋਬਨ ਮਾਤੀ, ਮੋਹ ਅਨਾਥ ਕੀ ਕਰਹੁ ਸਮਾਈ। ਹੇ ਵਾਹਿਗੁਰੂ ਜੀ, ਨਾਹਿਨ ਦਰਬ, ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ, ਨਾ ਤੇ ਮੇਰੇ ਕੋਲ ਕੋਈ ਪੈਸਾ ਹੈ। ਹੁਣ ਅਕਾਲ ਪੁਰਖ ਨੂੰ ਪੈਸੇ ਦੀ ਜ਼ਰੂਰਤ ਨਹੀਂ ਹੈ। ਵਾਹਿਗੁਰੂ ਜੀ, ਸਾਡੇ ਕੋਲ ਤੇਰੇ ਦੇਣ ਵਾਸਤੇ ਕੁਝ ਨਹੀਂ ਹੈ। ਤੂੰ ਸਾਨੂੰ ਦਾਤਾਂ ਦਿੰਨਾ ਹੈ, ਅਸੀਂ ਤੇਰੇ ਕੋਲ ਦਾਤਾਂ ਲੈਨੇ ਆ। ਪਰ ਮਹਾਰਾਜ ਸੱਚੇ ਪਾਤਸ਼ਾਹ, ਕਈ ਵਾਰ ਅਸੀਂ ਵੀ ਭੁਲੇਖਾ ਖਾ ਜਾਂਦੇ ਹਾਂ ਕਿ ਅਸੀਂ ਗੁਰੂ ਘਰ ਦੇ ਵਿੱਚ ਇੰਨਾ ਪੈਸਾ ਦਾਨ ਚੜਾਇਆ। ਗੁਰੂ ਖਾਲਸਾ ਜੀ, ਸਾਡੀ ਇੰਨੀ ਸਮਰੱਥਾ ਨਹੀਂ ਕਿ ਅਸੀਂ ਗੁਰੂ ਨੂੰ ਦਾਨ ਦੇ ਸਕੀਏ। ਨਾ ਜੋਬਨ ਮਾਤੀ, ਨਾ ਸਾਡੇ ਅੰਦਰ ਸਾਡੀ ਜੋਬਨ ਦੇ ਵਿੱਚ ਮੱਤਿਆਂ ਹੋਇਆਂ ਦੀ ਜਵਾਨੀ ਇੰਨੀ ਜ਼ਿਆਦਾ ਕਾਰਗਰ ਹੈ ਕਿ ਅਸੀਂ ਇਸ ਜੋਬਨ ਦੇ ਨਾਲ ਪ੍ਰਮਾਤਮਾ ਦੇ ਅੱਗੇ ਇਹ ਗੱਲ ਸਿੱਧ ਕਰ ਸਕੀਏ ਕਿ ਅਸੀਂ ਤੇਰੇ ਦਰ ਤੇ ਜਵਾਨੀ ਬੜੀ ਹੰਢਾਈ ਹੈ, ਬੜੀ ਸੇਵਾ ਕੀਤੀ ਹੈ। ਮਹਾਰਾਜ ਕਹਿੰਦੇ ਜੋਬਨ ਦੇ ਵਿੱਚ ਮੱਤਿਆਂ ਹੋਇਆਂ ਦੀ ਵੀ ਗੱਲ ਨਹੀਂ ਕਰ ਸਕਦੇ। ਅਨਾਥ ਕੀ ਕਰੋ ਸਮਾਈ। ਹੇ ਗੁਰੂ ਸਾਹਿਬ ਜੀ, ਮੋਹੇ ਅਨਾਥ ਕੀ, ਮੇਰਾ ਨਾਥ ਨਹੀਂ ਹੈ, ਮੇਰੀ ਸੁਣਵਾਈ ਕਰੋ, ਮੇਰੇ ਤੇ ਰਹਿਮਤ ਕਰਕੇ ਮੈਨੂੰ ਆਪਣੇ ਦਰ ਤੇ ਪ੍ਰਵਾਨ ਕਰ ਲੈਣਾ ਕਰੋ। ਇਹ ਗੁਰੂ ਗ੍ਰੰਥ ਸਾਹਿਬ, ਗੁਰੂ
ਅਕਾਲ ਪੁਰਖ ਵਾਹਿਗੁਰੂ ਜੀਆਂ ਅੱਗੇ ਅਰਜ਼ੋਈ ਕਰੀਏ ਕਿ ਇਹ ਸੱਚੇ ਪਾਤਸ਼ਾਹ, ਨਾ ਮੇਰੇ ਕੋਲ ਧਨ ਹੈ, ਨਾ ਮੇਰੇ ਕੋਲ ਜੋਬਨ ਹੈ, ਨਾ ਮੇਰਾ ਕੋਈ ਨਾਥ ਹੈ। ਮਹਾਰਾਜ ਸੱਚੇ ਪਾਤਸ਼ਾਹ ਮੇਰੀ ਸੁਣਵਾਈ ਕਰ ਲੈਣਾ ਕਰੋ। ਖੋਜਤ ਖੋਜਤ ਭਈ ਬੈਰਾਗਨ, ਪ੍ਰਭ ਦਰਸ਼ਨ ਕਉ ਹਉ ਫਿਰਤ ਤਿਸਾਈ। ਜੀਵ ਰੂਪੀ ਇਸਤਰੀ ਇਸ ਤਰ੍ਹਾਂ ਦੀ ਬਿਰਤੀ ਬਣਾ ਲਵੇ ਜਿਵੇਂ ਬੰਬੀਹਾ ਪਾਣੀ ਦੀ ਬੂੰਦ ਨੂੰ ਤਰਸਦਾ ਹੈ। ਮਹਾਰਾਜ ਕਹਿੰਦੇ ਖੋਜਤ ਖੋਜਤ ਭਈ ਬੈਰਾਗਣ, ਖੋਜਦੀ ਵੈਰਾਗਮਈ ਹੋ ਗਈ। ਭਾਵ ਇਹ ਅੱਖਾਂ ਨਮ ਹੋ ਗਈਆਂ, ਇਹ ਅੱਖਾਂ ਜਿਹੜੀਆਂ ਨੇ ਉਹ ਨਿਮੀਆਂ ਹੋ ਗਈਆਂ। ਇਹ ਅੱਖਾਂ ਪਾਣੀ ਦੇ ਨਾਲ, ਉਸ ਨੀਰ ਦੇ ਨਾਲ, ਉਹਨਾਂ ਹੰਝੂਆਂ ਦੇ ਨਾਲ ਪਰਮਾਤਮਾ ਨੂੰ ਲੱਭਦੀਆਂ ਇੰਨੀਆਂ ਜ਼ਿਆਦੀਆਂ ਵੈਰਾਗ ਦੇ ਵਿੱਚ ਚਲੀਆਂ ਗਈਆਂ। ਸਦਾ ਹੀ ਇਹਨਾਂ ਚੋਂ ਪਾਣੀ ਵਗਣ ਲੱਗ ਪਿਆ, ਸਦਾ ਹੀ ਇਹ ਪਾਣੀ ਦੇ ਨਾਲ ਭਰੀਆਂ ਰਹਿਣ ਲੱਗ ਪਈਆਂ। ਕਿਉਂ? ਕਿਉਂਕਿ ਪ੍ਰਮਾਤਮਾ ਦੀ ਖੋਜ ਕੀਤੀ। ਜਦੋਂ ਕਿਸੇ ਔਰਤ ਦਾ ਪਤੀ ਉਹਦੇ ਨਾਲੋਂ ਵਿਛੜ ਜਾਵੇ, ਉਹ ਪਤੀ ਦੇ ਮੋਹ ਦੇ ਵਿੱਚ, ਵੈਰਾਗ ਦੇ ਵਿੱਚ ਜਾਂਦੀ ਹੈ, ਔਰਤ ਰੋਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਜੀਵ ਰੂਪ ਇਸਤਰੀ, ਤੇਰਾ ਵੀ ਪਤੀ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਇਹੋ ਜਿਹਾ ਮਿਲਾਪ ਬਣ ਜਾਵੇ, ਉਹਨੂੰ ਖੋਜਦੀ ਵਾਹਿਗੁਰੂ ਨੂੰ ਤੂੰ ਵੈਰਾਗ ਦੇ ਵਿੱਚ ਇੰਨੀ ਜ਼ਿਆਦਾ ਲੀਨ ਹੋ ਜਾਵੇਂ, ਤੈਨੂੰ ਆਪਣੇ ਆਪ ਦਾ ਸੁੱਧ ਬੁੱਧ ਭੁੱਲ ਜਾਵੇ। ਪ੍ਰਭ ਦਰਸ਼ਨ ਕਉ ਹਉ ਫਿਰਤ ਤਸਾਈ, ਤੂੰ ਪ੍ਰਭੂ ਦੇ ਦਰਸ਼ਨ, ਵਾਹਿਗੁਰੂ ਦੇ ਦਰਸ਼ਨਾਂ ਨੂੰ, ਕਉ ਨੂੰ ਹਉ, ਮੈਂ ਫਿਰਤ ਤਸਾਈ, ਮੈਂ ਫਿਰਦੀ ਹਾਂ, ਤਰਸਦੀ ਫਿਰਦੀ ਹਾਂ। ਵਾਹਿਗੁਰੂ ਅੱਗੇ ਇਹੀ ਸਦਾ ਹੀ ਅਰਜ਼ੋਈ ਕਰੀ ਜਾ ਕਿ ਵਾਹਿਗੁਰੂ ਤੇਰੇ ਦਰਸ਼ਨਾਂ ਨੂੰ ਮੈਂ ਫਿਰਦੀ ਹਾਂ ਤਰਸਦੀ, ਇੰਨਾ ਜ਼ਿਆਦਾ ਤਰਸ ਰਹੀ ਹਾਂ, ਤੂੰ ਕਿਰਪਾ ਕਰ, ਇਹ ਮੇਰੀ ਤਰਸਣ ਵਾਲੀ ਜਿਹੜੀ ਬਿਰਤੀ ਹੈ ਨਾ, ਇਹ ਸਦਾ ਬਣੀ ਰਹੇ, ਮੈਂ ਤੈਨੂੰ ਤਰਸਦੀ ਰਹਾਂ। ਗੁਰੂ ਖਾਲਸਾ ਜੀ, ਅਸੀਂ ਜੀਵ ਪ੍ਰਮਾਤਮਾ ਵਾਹਿਗੁਰੂ ਦੇ ਦਰ ਘਰ ਨੂੰ ਤਰਸਦੇ ਹੀ ਨਹੀਂ ਆ। ਜੇ ਅਸੀਂ ਗੁਰੂ ਦੇ ਘਰ ਨੂੰ ਤਰਸਣ ਲੱਗ ਜਾਈਏ, ਜਿਵੇਂ ਅੱਜ ਦਾ ਜੀਵ ਮਾਇਆ ਨੂੰ ਤਰਸਦਾ ਹੈ, ਐਵੇਂ ਜੇ ਪ੍ਰਮਾਤਮਾ ਨੂੰ ਤਰਸੇ ਤੇ ਪ੍ਰਮਾਤਮਾ ਟੁੱਟ ਪਵੇਗਾ। ਗੁਰੂ ਖਾਲਸਾ ਜੀ, ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਦੀ ਇੱਕ ਜੀਵਨ ਦੀ ਗਾਥਾ ਆਉਂਦੀ ਹੈ। ਮਹਾਂਪੁਰਸ਼ ਬਾਬਾ ਠਾਕੁਰ ਸਿੰਘ ਜੀ ਇੱਕ ਵਾਰ ਜਥੇ ਦੇ ਸਿੰਘਾਂ ਦੇ ਨਾਲ ਬਾਹਰ ਗਏ ਹੋਏ ਸਨ। ਸਾਰਾ ਦਿਨ ਸੰਗਤ ਵਿਚਰਦਿਆਂ ਕਾਫੀ ਸਮਾਂ ਬਤੀਤ ਹੋ ਗਿਆ। ਬਾਣੀ ਸੁਣਨ ਦਾ ਜਿਹੜਾ ਅਸੀਂ ਸਾਰਾ ਦਿਨ ਬਾਣੀ ਸੁਣਦੇ ਸਨ, ਸੁਣੀ ਨਹੀਂ ਗਈ। ਜਿੱਦਣ ਬਾਣੀ ਨਾ ਸੁਣੀ ਗਈ, ਸ਼ਾਮ ਨੂੰ ਜਦੋਂ ਗੱਡੀ 'ਚ ਆਣ ਕੇ ਬੈਠੇ, ਚਾਲਾ ਮਾਰਨ ਲੱਗੇ ਜਥੇ ਵੱਲ ਨੂੰ, ਤੇ ਅੱਖਾਂ 'ਚ ਅਥਰੂ ਬਹੁਤ ਜ਼ਿਆਦਾ ਉੱਚੀ ਰੋਣ ਲੱਗੇ ਬੱਚਿਆਂ ਦੇ ਵਾਂਗਰਾਂ। ਸਿੰਘਾਂ ਨੇ ਪੁੱਛਿਆ, ਮਹਾਂਪੁਰਸ਼ੋ ਕੀ ਗੱਲ, ਇਸ ਤਰ੍ਹਾਂ ਕਿਉਂ ਕਰਦੇ ਆ? ਕਹਿਣ ਲੱਗੇ ਕਿ ਸਾਰਾ ਦਿਨ ਅੱਜ ਬਾਣੀ ਨਹੀਂ ਸੁਣੀ ਗਈ, ਵਾਹਿਗੁਰੂ ਦੇ ਨਾਮ ਤੋਂ ਵਿਛੋੜਾ ਪੈ ਗਿਆ। ਐਂ ਮਹਿਸੂਸ ਹੋ ਰਿਹਾ ਹੈ ਜਿਵੇਂ ਬਹੁਤ ਲੰਮਾ ਸਮਾਂ ਹੋ ਗਿਆ ਹੈ ਵਾਹਿਗੁਰੂ ਦੇ ਨਾਮ ਤੋਂ ਟੁੱਟਿਆ ਹੋਇਆ। ਗੁਰੂ ਖਾਲਸਾ ਜੀ, ਇਸੇ ਤਰ੍ਹਾਂ ਹੀ ਜਿਹੜੇ ਗੁਰੂ ਕੇ ਪਿਆਰੇ ਨੇ, ਉਹ ਸਦਾ ਹੀ ਤਰਸਦੇ ਰਹਿੰਦੇ ਨੇ। ਉਹ ਵਾਹਿਗੁਰੂ ਦੇ ਨਾਮ ਤੋਂ ਇੱਕ ਸਕਿੰਟ ਵੀ ਪਾਸੇ ਹੋ ਜਾਵੇ, ਉਹਨਾਂ ਨੂੰ ਐ ਮਹਿਸੂਸ ਹੁੰਦਾ ਹੈ ਕਿ ਮੈਂ ਹੁਣ, ਮੇਰੀ ਮੌਤ ਹੋ ਜਾਵੇਗੀ। ਬਹੁਤ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਂਪੁਰਸ਼ ਭਿੰਡਰਾਂ ਵਾਲਿਆਂ ਨੂੰ ਕਿਸੇ ਨੇ ਇੱਕ ਪ੍ਰਸ਼ਨ ਕਰ ਦਿੱਤਾ ਕਿ ਮਹਾਂਪੁਰਸ਼ੋ, ਜਦੋਂ ਅਸੀਂ ਸੌਂਦੇ ਨਹੀਂ, ਸਾਡੀ ਨੀਂਦ ਪੂਰੀ ਨਹੀਂ ਹੁੰਦੀ, ਤਾਂ ਸਾਡਾ ਸਰੀਰ ਥੱਕਿਆ ਟੁੱਟਿਆ ਰਹਿੰਦਾ ਹੈ। ਅਸੀਂ ਤੁਹਾਨੂੰ ਵੇਖਦੇ ਹਾਂ, ਤੁਸੀਂ ਬਹੁਤ ਘੱਟ ਸਮਾਂ ਸੌਂਦੇ ਹੋ, ਬਹੁਤ ਜ਼ਿਆਦਾ ਸਮਾਂ ਬਾਣੀ ਪੜ੍ਹਦਿਆਂ ਲੰਘ ਜਾਂਦਾ ਹੈ। ਇਹੋ ਜਿਹੀ ਕੀ ਗੱਲ ਹੈ, ਸਾਰਾ ਦਿਨ ਬਾਣੀ ਪੜ੍ਹ ਕੇ ਤੁਸੀਂ ਥੱਕਦੇ ਨਹੀਂ? ਮਹਾਂਪੁਰਸ਼ਾਂ ਨੇ ਜਵਾਬ ਦਿੱਤਾ, ਕਹਿੰਦੇ ਜਿਵੇਂ ਇੱਕ ਖੇਤ ਦੇ ਵਿੱਚ ਆਪਾਂ ਪਾਣੀ ਲਾ ਦਈਏ, ਉਸ ਖੇਤ ਨੂੰ ਪਾਣੀ ਲਾਇਆ ਹੈ, 24 ਘੰਟਿਆਂ ਚੋਂ 23 ਘੰਟੇ ਉਸ ਖੇਤ ਦੇ ਵਿੱਚ ਮੋਟਰ ਦਾ ਪਾਣੀ ਪੈਂਦਾ ਰਵੇ, ਉਹ ਪਾਣੀ ਦੇ ਨਾਲ ਖੇਤ ਭਰ ਜਾਵੇਗਾ। ਪਰ ਜੇ 1 ਘੰਟਾ ਹੀ ਉਹਦਾ ਨੱਕਾ ਖੁੱਲਾ ਰਵੇ ਤੇ 1 ਘੰਟੇ ਦੇ ਵਿੱਚ ਹੀ ਉਹ ਸਾਰਾ ਖੇਤ ਖਾਲੀ ਹੋ ਜਾਵੇਗਾ। ਕਹਿੰਦੇ ਜਦੋਂ ਮੈਨੂੰ ਨੀਂਦ ਆਉਂਦੀ ਹੈ, ਮੈਂ ਸੌਂ ਜਾਂਦਾ ਹੈ, ਮੈਨੂੰ ਫਿਰ ਇੱਕਦਮ ਤਬਕ ਕੇ ਸਰੀਰ ਉੱਠਦਾ ਹੈ ਕਿ ਉਹ ਨੱਕਾ ਖੁੱਲਾ ਰਹਿਣ ਦੇ ਵਾਂਗਰਾਂ 1 ਘੰਟਾ ਮੇਰਾ ਬਤੀਤ ਹੋਇਆ ਤੇ ਸਾਰੇ 23 ਘੰਟੇ ਵਿਅਰਥ ਹੋ ਗਏ। ਕਹਿੰਦੇ ਇਸ ਕਰਕੇ ਮੈਨੂੰ ਸੌਣ ਤੋਂ ਡਰ ਆਉਂਦਾ ਹੈ ਤੇ ਮੈਂ ਘੱਟ ਸੌਂਦਾ ਹੈ। ਇਹ ਗੁਰੂ ਖਾਲਸਾ ਜੀ, ਗੁਰੂ ਦੇ ਪਿਆਰਿਆਂ ਦੀ, ਜਗਿਆਸੂਆਂ ਦੀ ਬਿਰਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂਆਂ ਦੀ ਬਿਰਤੀ ਦੱਸਦੇ ਨੇ। ਜਿਨ੍ਹਾਂ ਜਗਿਆਸੂਆਂ ਨੇ ਪ੍ਰਮਾਤਮਾ ਦੇ ਪਿਆਰ ਨੂੰ ਪਾਇਆ ਹੈ, ਉਹਨਾਂ ਨੇ ਪਾਇਆ ਕਿੱਦਾਂ ਹੈ? ਉਹਨਾਂ ਨੇ ਵਾਹਿਗੁਰੂ ਦੀ ਖੋਜ ਨੂੰ ਖੋਜਦਿਆਂ ਆਪਣੇ ਅੰਦਰ ਵੈਰਾਗ ਹੀ ਇੰਨਾ ਲੈ ਆਂਦਾ।
ਇੰਨਾ ਜ਼ਿਆਦਾ ਵੈਰਾਗ ਦੇ ਵਿੱਚ ਉਹ ਲੀਨ ਹੋ ਗਏ, ਇੰਨਾ ਜ਼ਿਆਦਾ ਵੈਰਾਗੀ ਬਣ ਗਏ, ਵਾਹਿਗੁਰੂ ਦੇ ਦਰਸ਼ਨਾਂ ਦੀ ਇੰਨੀ ਚਾਹਤਾ ਬਣ ਗਈ, ਇੰਨੇ ਤਰਸਦੇ ਰਹਿ ਗਏ ਕਿ ਉਹਨਾਂ ਨੇ ਆਪਣਾ ਆਪ ਭੁਲਾ ਦਿੱਤਾ। ਇਹ ਨਹੀਂ ਜਾਣਿਆ ਕਿ ਕੋਈ ਮੈਂ ਵੀ ਹਾਂ। ਜਿੰਨਾ ਚਿਰ ਗੁਰੂ ਖਾਲਸਾ ਜੀ ਮੈਂ ਸ਼ਬਦ ਸਾਡੇ ਅੰਦਰ ਚੱਲਦਾ ਹੈ, ਜਿੰਨਾ ਚਿਰ ਅਸੀਂ ਇਹ ਗੱਲ ਜਾਣਦੇ ਹਾਂ ਕਿ ਮੈਂ ਹਾਂ, ਉਹਨਾਂ ਚਿਰ ਸਾਡਾ ਪ੍ਰਮਾਤਮਾ ਦੇ ਨਾਲ ਮੇਲ ਨਹੀਂ ਹੋਣ ਵਾਲਾ। ਕਿਉਂਕਿ ਇਹ ਜੋ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਰਹੇ ਨੇ, ਇਹ ਉਹਨਾਂ ਗੁਣਾਂ ਦੀ ਗੱਲ ਦੱਸ ਰਹੇ ਨੇ, ਕਿੰਨਾ ਗੁਣਾਂ ਦੇ ਨਾਲ ਪ੍ਰਮਾਤਮਾ ਦੇ ਨਾਲ ਮੇਲ ਹੋਵੇਗਾ। ਅਸੀਂ ਨਾ ਤਾਂ ਇਸ ਰੂਪ ਦੇ ਨਾਲ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ, ਨਾ ਇਸ ਬੁੱਧ ਦੇ ਨਾਲ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ, ਨਾ ਕੋਈ ਸਾਡੇ 'ਚ ਬਲ ਹੈ ਜਿਸ ਬਲ ਦੇ ਦੁਆਰਾ, ਨਾ ਹੀ ਸਾਡਾ ਉੱਥੇ ਧਨ ਕੰਮ ਆਉਣਾ ਹੈ ਕਿ ਉਸ ਧਨ ਦੌਲਤ ਦੇ ਨਾਲ ਪ੍ਰਮਾਤਮਾ ਨੂੰ, ਸੰਸਾਰੀ ਜੀਵਾਂ ਨੂੰ ਜੇਕਰ ਅਸੀਂ ਆਪਣੇ ਵਸ ਦੇ ਵਿੱਚ ਕਰਨਾ ਹੋਵੇ, ਰੂਪ ਦੇ ਨਾਲ ਬਹੁਤੇ ਸੌਖੇ ਤਰੀਕੇ ਦੇ ਨਾਲ ਰੂਪ ਦੇ ਨਾਲ ਲੋਕਾਂ ਨੂੰ ਵਸ ਕੀਤਾ ਜਾ ਸਕਦਾ ਹੈ। ਅੱਜ ਜੇ ਆਪਾਂ ਕਹੀਏ ਕਿ ਰੂਪ ਦੇ ਨਾਲ ਵਸ ਕਿਵੇਂ ਕੀਤਾ ਜਾ ਸਕਦਾ ਹੈ, ਕਈ ਇਹੋ ਜਿਹੇ ਸੋਹਣੇ ਸਰੂਪ ਨੇ, ਸੰਤਾਂ ਸਾਧਾਂ ਵਾਲਾ ਚੋਲਾ ਪਾਇਆ ਤੇ ਸੰਸਾਰ ਦੇ ਲੋਕਾਂ ਨੂੰ ਐਂ ਲੁੱਟਦੇ ਨੇ ਜਿਵੇਂ ਬ੍ਰਹਮ ਗਿਆਨੀ ਹੋਣ। ਲੋਕ ਉਹਨਾਂ ਦੇ ਗਾੜੀ ਅਧੀਨਗੀ ਪ੍ਰਵਾਨ ਕਰ ਲੈਂਦੇ ਨੇ, ਬੁੱਧੀ ਦੇ ਨਾਲ, ਚਲਾਕੀ ਦੇ ਨਾਲ ਲੋਕਾਂ ਨੂੰ ਛਲ ਕਪਟ ਦੇ ਨਾਲ ਛਲ ਲੈਂਦੇ ਨੇ। ਉਹ ਲੋਕ ਕਈ ਜਿਨ੍ਹਾਂ ਕੋਲ ਛਲ ਕਪਟ ਤੋਂ ਅੱਗੇ ਦਾ ਜ਼ੋਰ ਕੀ ਵਿਖਾਉਂਦੇ ਨੇ, ਉਹ ਬਲ ਦੇ ਨਾਲ ਲੋਕਾਂ ਨੂੰ ਨੀਵਾਂ ਕਰ ਲੈਂਦੇ ਨੇ। ਨਾ ਤੇ ਪ੍ਰਮਾਤਮਾ ਰੂਪ ਦੇ ਨਾਲ ਸਾਡੇ ਵਸ ਆਉਣ ਲੱਗਾ ਹੈ, ਕਿਉਂਕਿ ਰੂਪ ਵੀ ਪ੍ਰਮਾਤਮਾ ਦਾ ਦਿੱਤਾ ਹੈ, ਤੇ ਬੁੱਧ ਦੇ ਨਾਲ ਵੀ ਉਹ ਵਸ ਦੇ ਵਿੱਚ ਨਹੀਂ ਆਉਣ ਵਾਲਾ। ਕਾਰਨ ਕੀ ਹੈ ਕਿ ਬੁੱਧ ਵੀ ਉਹਦੀ ਦਿੱਤੀ ਹੋਈ ਹੈ, ਤੇ ਬਲ ਵੀ ਉਹਨੇ ਖੁਦ ਦਿੱਤਾ ਹੈ। ਦਿੱਤੀਆਂ ਉਹਦੀਆਂ ਦਾਤਾਂ ਨੂੰ ਹੀ ਉਹਦੇ ਦਰ ਤੇ ਕਿੱਦਾਂ ਵਰਤ ਸਕਦੇ ਹਾਂ। ਉਹਨੇ ਸਾਨੂੰ ਇੱਕ ਗੱਲ ਸਿਖਾਈ ਹੈ, ਇਹ ਪ੍ਰਮਾਤਮਾ ਵਾਹਿਗੁਰੂ ਜੀਆਂ ਦੇ ਸਰੂਪ ਨੂੰ ਪਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਪੰਜਵੇਂ ਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਨਾ ਤਾਂ ਉਹਦੇ ਦਰ ਤੇ ਕੋਈ ਰੂਪ ਦਾ ਮਾਨ ਲੈ ਕੇ ਜਾਈ, ਨਾ ਬੁੱਧ ਦਾ ਲੈ ਕੇ ਜਾਈ, ਨਾ ਬਲ ਦਾ ਲੈ ਕੇ ਜਾਈ, ਨਾ ਧਨ ਦਾ ਲੈ ਕੇ ਜਾਈ, ਨਾ ਜਵਾਨੀ ਦਾ ਮਾਣ ਉੱਥੇ ਜਾ ਕੇ ਕਰੀ। ਉੱਥੇ ਆਪਣੇ ਆਪ ਨੂੰ ਨਿਮਾਣਾ ਬਣ ਕੇ, ਆਪਣੇ ਆਪ ਨੂੰ ਝੁਕ ਕਰਕੇ, ਜਿੱਡਾ ਮਰਜੀ ਗੁਰੂ ਖਾਲਸਾ ਜੀ ਕੋਈ ਸੰਤ ਹੋਵੇ, ਕੋਈ ਮਹੰਤ ਹੋਵੇ, ਕੋਈ ਵਿਰਾਗੀ ਤਿਆਗੀ ਖਵਾਉਣ ਵਾਲਾ ਹੋਵੇ, ਇੱਕ ਸਕਿੰਟ ਦਾ ਜਿਹੜਾ ਹੰਕਾਰ ਹੈ ਨਾ, ਉਹਨੂੰ ਭੋਂ ਦੇ ਸੁੱਟ ਦੇਵੇਗਾ। ਭਾਵੇਂ ਜਿੰਨਾ ਮਰਜੀ ਵਿਰਾਗ ਤਿਆਗ ਸਾਰੀ ਜ਼ਿੰਦਗੀ ਦਾ ਕੀਤਾ ਹੋਇਆ, ਇੱਕ ਸਕਿੰਟ ਦੀ ਹਉਮੈ ਖੂਹ ਦੇ ਵਿੱਚ ਸੁੱਟ ਦਿੰਦੀ ਹੈ। ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੇ ਉਹਦੇ ਦਰ ਤੇ ਆਉਣਾ ਹੈ, ਨਿਮਾਣੇ ਨਿਤਾਣੇ ਬਣ ਕਰਕੇ ਆਉਣਾ ਹੈ। ਸੋ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਜੀ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਦੀਨਾ ਤੇ ਦਇਆਲ, ਦੀਨਾ ਦੇ ਦਇਆਲ, ਦੀਨ ਨਾਮ ਹੈ ਗਰੀਬਾਂ ਦਾ, ਗਰੀਬਾਂ ਦੇ ਉੱਪਰ ਦਇਆਲੂ ਸਤਿਗੁਰੂ, ਦਇਆ ਕਰਨ ਵਾਲੇ ਸਤਿਗੁਰੂ, ਕਿਰਪਾਲੂ ਸਤਿਗੁਰੂ ਪ੍ਰਭ ਨਾਨਕ, ਜਿਹੜੇ ਪ੍ਰਭੂ ਜੀ, ਪ੍ਰਭ ਅਕਾਲ ਪੁਰਖ ਵਾਹਿਗੁਰੂ ਜੀ ਹਨ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਸਾਧ ਸੰਗ, ਸਾਧੂਆਂ ਦੀ ਸੰਗ ਸੰਗਤ ਦੇ ਵਿੱਚ ਬੈਠ ਕਰਕੇ ਮੇਰੀ ਜਲਨ ਬੁਝਾਈ। ਮੇਰੀ ਜਿਹੜੀ ਜਲਨ ਹੈ ਉਹ ਬੁਝਾ ਦਿੱਤੀ ਹੈ ਉਹਨਾਂ ਨੇ। ਜਲਨ ਬੁਝਦੀ ਕਿਵੇਂ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਸਾਨੂੰ ਨੁਕਤਾ ਦਿੰਦੇ ਨੇ, ਕਹਿੰਦੇ ਸਾਧ ਸੰਗ, ਸਾਧੂਆਂ ਦੀ ਸੰਗਤ, ਜਿੱਥੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧ ਲਿਆ ਹੈ, ਉਹਨਾਂ ਦੀ ਸੰਗ ਕਰਕੇ ਮੇਰੀ ਜਲਨ। ਮਤਲਬ ਗੁਰੂ ਖਾਲਸਾ ਜੀ ਜਿਹੜੇ ਜੀਵ ਨੇ ਅੱਜ ਦੇ, ਉਹ ਤਰਕ ਦੇ ਵਿਸ਼ੇ ਦੇ ਵਿੱਚ ਪੈ ਕਰਕੇ, ਪਰਮਾਰਥ ਦੇ ਰਸਤੇ ਤੋਂ ਭੁੱਲ ਕਰਕੇ ਸੰਗ ਕਰਨ ਵਾਲੇ ਸਾਧੂਆਂ ਦੀ ਸੰਗ ਤੋਂ ਸਾਨੂੰ ਤੋੜ ਦਿੰਦੇ ਨੇ। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਇਆ ਹੈ ਉਹਨਾਂ ਤੋਂ ਤੋੜ ਦਿੰਦੇ ਨੇ। ਜਿਵੇਂ ਇੱਕ ਸੁਹਾਗਣ ਇਸਤਰੀ ਜਿਹਦਾ ਪਤੀ ਦੇ ਨਾਲ ਮੋਹ ਹੈ, ਜਿਹੜਾ ਪਤੀ ਦੇ ਨਾਲ ਪਿਆਰ ਹੈ, ਤੇ ਪਤੀ ਉਹਦੇ ਵਸ ਦੇ ਵਿੱਚ ਹੈ, ਪਤੀ ਉਹਦੀ ਗੱਲ ਮੰਨਦਾ ਹੈ, ਉਹ ਪਤੀ ਦੇ ਨਾਲ ਪਿਆਰ ਦੇ ਨਾਲ, ਬੜੀ ਸ਼ੌਂਕ ਦੇ ਨਾਲ, ਬੜੀਆਂ ਰੀਝਾਂ ਦੇ ਨਾਲ ਆਪਣੇ ਦਿਨ ਕੱਟ ਰਹੀ ਹੈ। ਉਹਨੂੰ ਕੋਈ ਇਸਤਰੀ ਪੁੱਛਣ ਆਵੇ ਕਿ ਹੇ ਭੈਣ, ਤੇਰੇ ਪਤੀ ਦੇ ਨਾਲ ਐਡਾ ਸੋਹਣਾ ਰਿਸ਼ਤਾ ਨਿਭ ਰਿਹਾ ਹੈ, ਤੂੰ ਕਿਸ ਤਰ੍ਹਾਂ ਨਿਭਾ ਰਹੀ ਹੈ? ਉਹ ਉਹਨੂੰ ਆਪਣੇ ਗੁਣਾਂ ਨੂੰ ਦੱਸੇ ਕਿ ਮੈਂ ਆਹ ਗੁਣ ਆਪਣੇ ਪਤੀ ਦੇ ਨਾਲ ਕੀਤਾ, ਮੈਂ ਇਸ ਤਰ੍ਹਾਂ ਆਪਣੇ ਪਤੀ ਦੇ ਨਾਲ ਦਿਨ ਕੱਟੇ, ਆਹ ਦਿਨ ਮੈਂ ਉਹਦੇ ਨਾਲ ਕਰਮ ਕੀਤਾ, ਜਦੋਂ ਉਹਨੂੰ ਜ਼ਰੂਰਤ ਪਈ ਮੈਂ ਉਹਦਾ ਹਰ ਕਰਮ ਪੂਰਾ ਕੀਤਾ। ਜਿਹੜੀ ਵੀ ਉਹਨੇ ਤਰੀਕੇ ਅਪਣਾਏ ਉਹ ਦੱਸੇਗੀ। ਤਾਂ ਜਿਹੜੀ ਨਵੀਂ ਵਿਆਹੁਤਾ ਹੈ, ਜਿਹਦਾ ਅਜੇ ਨਵਾਂ ਪਤੀ ਦੇ ਨਾਲ ਸੰਬੰਧ ਬਣਿਆ, ਜਾਂ ਜਿਹੜੀ ਸੰਬੰਧ ਪਤੀ ਦੇ ਨਾਲ ਬਣਾਉਣ ਜਾ ਰਹੀ ਹੈ, ਜਿਹੜਾ ਪਤੀ ਦੇ ਨਾਲ ਰਿਸ਼ਤਾ ਜੋੜਨ ਜਾ ਰਹੀ ਹੈ,
ਉਹਨੂੰ ਆਪਣਾ ਰਿਸ਼ਤਾ ਨਿਭਾਉਣ ਦੇ ਵਿੱਚ ਸੌਖਾ ਹੋ ਜਾਵੇਗਾ। ਪਰੰਤੂ ਜੇ ਉਹ ਜਿਹੜੀ ਇਸਤਰੀ ਆਨੰਦ ਕਾਰਜ ਆਪਣਾ ਵਿਆਹ ਕਰਾ ਰਹੀ ਹੈ, ਜੇ ਉਹਨੂੰ ਕੋਈ ਗਾਈਡਲਾਈਨ ਹੀ ਨਹੀਂ ਪਤਾ, ਉਹਨੂੰ ਪਤਾ ਹੀ ਨਹੀਂ ਹੈ ਕਿ ਮੈਂ ਪਤੀ ਦੇ ਨਾਲ ਦਿਨ ਕਿਵੇਂ ਕੱਟਣੇ ਨੇ, ਮਾਪਿਆਂ ਦੇ ਘਰ ਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਕੱਢ ਦਿੱਤਾ, ਸਾਰਿਆਂ ਦੇ ਨਾਲ ਲੜਦੀ ਰਹੀ, ਜਾਂ ਉਹ ਘਰ ਦੇ ਵਿੱਚ ਮਾਂ ਪਿਓ ਦੀ ਸ਼ਰਨ ਦੇ ਵਿੱਚ ਰਹਿ ਕੇ ਦਿਨਾਂ ਨੂੰ ਬਤੀਤ ਕੀਤਿਆਂ ਨੂੰ ਉਹ ਭੁੱਲੇ ਨਾ, ਉੱਥੇ ਜਾ ਕਰਕੇ ਛੱਡੇ ਨਾ, ਤੇ ਪਤੀ ਦੇ ਪ੍ਰੇਮ ਨੂੰ ਨਹੀਂ ਪਾ ਸਕਦੀ। ਐਵੇਂ ਗੁਰੂ ਖਾਲਸਾ ਜੀ ਜਿਹੜੇ ਸਾਧੂ ਜਨ ਹਨ, ਉਹਨਾਂ ਦਾ ਕਰਮ ਕੀ ਹੈ? ਉਹਨਾਂ ਨੇ ਪਤੀ ਦੇ ਨਾਲ, ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਪਤੀ ਦੇ ਨਾਲ ਆਪਣਾ ਸੰਬੰਧ ਬਣਾਇਆ। ਜਿਸ ਜਗਿਆਸੂ ਨੇ ਪ੍ਰਮਾਤਮਾ ਦੇ ਨਾਲ ਮਿਲਣਾ ਹੈ, ਪਹਿਲਾਂ ਉਹਨੂੰ ਸਾਧੂ ਦੇ ਕੋਲੋਂ ਗਾਈਡਲਾਈਨ ਲੈਣੀ ਪਵੇਗੀ। ਜਿਵੇਂ ਇਸਤਰੀ ਨੂੰ ਇੱਕ ਵਿਆਹੁਤਾ ਸੁਹਾਗਣ ਇਸਤਰੀ ਦੇ ਕੋਲੋਂ ਪੁੱਛਣਾ ਪਵੇਗਾ ਕਿ ਤੂੰ ਆਪਣੇ ਪਤੀ ਦੇ ਨਾਲ ਕਿਵੇਂ ਵਧੀਆ ਖੁਸ਼ ਰਹਿ ਰਹੀ ਹੈ, ਐਵੇਂ ਜਿੰਨਾ ਚਿਰ ਅਸੀਂ ਸਾਧੂ ਦੇ ਕੋਲ ਜਾ ਕਰਕੇ ਸਾਧੂ ਦੀ ਸੰਗ ਨਹੀਂ ਕਰਦੇ, ਉਹਨੂੰ ਪੁੱਛਦੇ ਨਹੀਂ, ਉਹਨਾਂ ਚਿਰ ਇਹ ਸਾਡੇ ਅੰਦਰ ਦੀ ਜਲਨ ਨਹੀਂ ਬੁੱਝ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ, ਜਿਹੜੇ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੱਦੀ ਦੇ ਚੌਥੇ ਵਾਰਸ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਹਨ, ਉਹ ਦੀਨਾਂ ਤੇ ਦਇਆ ਕਰਨ ਵਾਲੇ ਨੇ। ਉਹਨਾਂ ਨੇ ਦਇਆ ਕੀਤੀ, ਉਹਨਾਂ ਨੇ ਕਿਰਪਾ ਕੀਤੀ। ਪ੍ਰਭ ਨਾਨਕ ਉਹ ਵਾਹਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪ੍ਰਮਾਤਮਾ ਦਾ ਸਰੂਪ ਹਨ, ਕਹਿੰਦੇ ਉਹਨਾਂ ਦੀ ਮੈਂ ਸਾਧ ਸੰਗਤ ਕੀਤੀ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੀ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਸੰਗ ਕੀਤਾ, ਮੇਰੀ ਜਲਨ ਬੁਝਾਈ। ਜਿਹੜੀ ਮੇਰੇ ਅੰਦਰ ਜਲਨ ਸੀ ਨਾ, ਤਪਸ਼ ਸੀ ਪ੍ਰਮਾਤਮਾ ਨੂੰ ਮਿਲਣ ਦੀ, ਉਹ ਗੁਰੂ ਰਾਮਦਾਸ ਮਹਾਰਾਜ ਜੀਆਂ ਨੇ ਕਿਰਪਾ ਕਰਕੇ ਬੁਝਾ ਦਿੱਤੀ। ਪਰ ਬੁਝੀ ਕਿੱਦਾਂ? ਸੰਗ ਕਰਕੇ। ਜਿੰਨਾ ਚਿਰ ਗੁਰੂ ਖਾਲਸਾ ਜੀ ਅਸੀਂ ਸੰਗ ਨਹੀਂ ਕਰਦੇ, ਸੰਗਤ ਨਹੀਂ ਕਰਦੇ, ਉਹਨਾਂ ਚਿਰ ਪ੍ਰਮਾਤਮਾ ਦੇ ਦਰ ਦੇ ਉੱਪਰ ਸਾਡੀ ਪ੍ਰਵਾਨਗੀ ਨਹੀਂ ਹੋ ਸਕਦੀ। ਪ੍ਰਮਾਤਮਾ ਦੇ ਦਰ ਘਰ ਦੇ ਵਿੱਚ ਪਹੁੰਚਣ ਵਾਸਤੇ, ਪ੍ਰਮਾਤਮਾ ਦੇ ਦਰ ਦੇ ਉੱਪਰ ਸਾਡੀ ਪ੍ਰੀਤੀ ਬਣ ਜਾਵੇ, ਉਸ ਜਗ੍ਹਾ ਦੇ ਉੱਪਰ ਪਹੁੰਚਣ ਵਾਸਤੇ ਸਾਨੂੰ ਕਰਨਾ ਕੀ ਪਵੇਗਾ? ਸਾਧੂਆਂ ਦੀ ਸੰਗਤ, ਗੁਰੂ ਕੇ ਪਿਆਰਿਆਂ ਦੀ ਸੰਗਤ। ਜਿੰਨਾ ਚਿਰ ਅਸੀਂ ਪਿਆਰਿਆਂ ਦੀ ਸੰਗਤ ਨਹੀਂ ਕਰਦੇ, ਉਹਨਾਂ ਚਿਰ ਸਾਡਾ ਪ੍ਰਮਾਤਮਾ ਦੇ ਦਰ ਦੇ ਉੱਪਰ ਜਿਹੜਾ ਕੀਤਾ ਹੋਇਆ ਨਾਮ ਸਿਮਰਨ ਵੀ ਬਹੁਤਾ ਫਲਣ ਵਾਲਾ ਨਹੀਂ, ਜਿੰਨਾ ਚਿਰ ਅਸੀਂ ਸੰਗਤ ਨਹੀਂ ਕਰ ਦਵੇ। ਜਿਵੇਂ ਮੈਂ ਅੱਗੇ ਵੀ ਬੇਨਤੀ ਕੀਤੀ ਹੈ ਕਿ ਸਾਨੂੰ ਰਸਤੇ ਤੇ ਤੁਰਨ ਵਾਸਤੇ ਪਹਿਲਾਂ ਜਾਂ ਤੇ ਮੀਲ ਪੱਥਰਾਂ ਨੂੰ ਪੜ੍ਹਨ ਦੀ ਸਾਡੇ ਅੰਦਰ ਸਮਰੱਥਾ ਹੋਵੇ। ਜਿਹੜੇ ਰਸਤੇ ਦੇ ਉੱਪਰ ਜਾ ਰਹੇ ਹਾਂ, ਜਾਂ ਤੇ ਅਸੀਂ ਇੰਨੀ ਕੁ ਪੜ੍ਹਾਈ ਕੀਤੀ ਹੋਵੇ ਕਿ ਮੀਲ ਪੱਥਰਾਂ ਦੇ ਉੱਪਰ ਲਿਖਿਆ ਹੋਇਆ ਰਸਤਾ ਪੜ੍ਹ ਲਈਏ, ਲੋਕੇਸ਼ਨ ਨੂੰ ਸਮਝ ਸਕੀਏ। ਜੇ ਸਾਡੇ ਅੰਦਰ ਲੋਕੇਸ਼ਨ ਨੂੰ ਸਮਝਣ ਦੀ ਸਮਰੱਥਾ ਨਹੀਂ, ਤੇ ਸਾਨੂੰ ਪੁੱਛ ਕੇ ਜਾਣਾ ਪਵੇਗਾ। ਤੇ ਜੇ ਮੱਥਾ ਮਾਰਨ ਲੱਗ ਪਏ, ਨਹੀਂ ਮੈਂ ਜਾਣਦਾ ਹਾਂ, ਮੈਂ ਚਲਿਆ ਜਾਵਾਂਗਾ, ਮੈਨੂੰ ਪਤਾ ਹੈ, ਤਾਂ ਰਾਹ ਤੋਂ ਕੁਰਾਹੇ ਪੈ ਕਰਕੇ ਸਾਰੀ ਦੀ ਸਾਰੀ ਜ਼ਿੰਦਗੀ, ਜਿਵੇਂ ਸਵੇਰ ਤੋਂ ਅਸੀਂ ਚੱਲੇ ਹਾਂ ਤੇ ਸ਼ਾਮ ਤੱਕ ਅਸਫਲ ਹੋ ਗਏ, ਆਪਣੇ ਮੁਕਾਮ ਤੇ ਨਾ ਪਹੁੰਚੇ, ਤੇ ਸਾਰੀ ਰਾਤ ਵੀ ਔਖੀ ਲੰਘੀ, ਤੇ ਅਗਲਾ ਦਿਨ ਕਿੰਨਾ ਸਮਾਂ ਬਰਬਾਦ ਕੀਤਾ। ਇਹ ਜ਼ਿੰਦਗੀ ਜਿਹੜੀ ਹੈ ਸਾਨੂੰ ਇੱਕ ਦਿਨ ਵਰਗੀ ਮਿਲੀ ਹੈ। ਇਸ ਦਿਨ ਦੇ ਵਿੱਚ ਅਸੀਂ ਕੀ ਕਰਨਾ ਹੈ? ਸਵੇਰੇ ਪ੍ਰਮਾਤਮਾ ਦੇ ਦਰ ਤੇ ਪੁੱਜਣ ਵਾਸਤੇ, ਜਾਂ ਤਾਂ ਆਪਣੇ ਬਚਪਨ ਤੋਂ ਲੈ ਕਰਕੇ ਬ੍ਰਹਮ ਗਿਆਨ ਦੀ, ਬ੍ਰਹਮ ਵਿਦਿਆ ਨੂੰ ਪੜ੍ਹਨ ਵਾਸਤੇ ਬ੍ਰਹਮ ਵੇਤਿਆਂ ਦੇ ਕੋਲੋਂ ਬ੍ਰਹਮ ਵਿਦਿਆ ਨੂੰ ਵੱਧ ਤੋਂ ਵੱਧ ਪੜ੍ਹਿਆ ਜਾਵੇ। ਜੇ ਅਸੀਂ ਬ੍ਰਹਮ ਵਿਦਿਆ ਨਹੀਂ ਪੜ੍ਹੀ, ਅਸੀਂ ਬ੍ਰਹਮ ਵਿਦਿਆ ਵਾਲੇ ਬੰਨੇ ਬਚਪਨ ਤੋਂ ਨਹੀਂ ਜੁੜੇ, ਤੇ ਫਿਰ ਸਾਧੂ ਦੀ ਸੰਗਤ ਕਰਨੀ ਪਵੇਗੀ। ਜਾਂ ਤਾਂ ਬ੍ਰਹਮ ਵੇਤਿਆਂ ਦੇ ਕੋਲੋਂ ਜਾ ਕੇ ਬ੍ਰਹਮ ਵਿਦਿਆ ਪੜ੍ਹੀ ਜਾਵੇ, ਜੇ ਬ੍ਰਹਮ ਵਿਦਿਆ ਨਹੀਂ ਪੜ੍ਹੀ ਤੇ ਫਿਰ ਸਾਧੂ ਦੀ ਸੰਗਤ ਜਿਹੜੀ ਹੈ ਉਹ ਅਤਿਅੰਤ ਜ਼ਰੂਰੀ ਹੈ। ਦੋ ਗੁਣਾਂ ਦੇ ਵਿੱਚੋਂ ਜੇ ਇੱਕ ਵੀ ਗੁਣ ਸਾਡੇ ਕੋਲ ਨਹੀਂ ਆਇਆ, ਤਾਂ ਪ੍ਰਮਾਤਮਾ ਦੇ ਨਾਲ ਸਾਡਾ ਮੇਲ ਨਹੀਂ ਹੋਣ ਵਾਲਾ। ਅੱਜ ਦਾ ਜੋ ਸਮਾਂ ਚੱਲ ਰਿਹਾ ਹੈ, ਇਸ ਐਡਵਾਂਸ ਸਮੇਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਸਟੀਕ ਨੂੰ ਪੜ੍ਹ ਲਿਆ। ਸਟੀਕ ਦੇ ਵਿੱਚ ਗੁਰੂ ਖਾਲਸਾ ਜੀ ਉਹ ਗੱਲਾਂ ਸਾਨੂੰ ਸਮਝ ਨਹੀਂ ਆਉਣ ਵਾਲੀਆਂ, ਜਿੰਨਾ ਚਿਰ ਅਸੀਂ ਇੱਕ ਪੂਰਨ ਸਾਧੂ ਦੇ ਲੜ ਨਹੀਂ ਲੱਗ ਜਾਂਦੇ। ਲੜ ਲੱਗ ਕਰਕੇ ਸਾਨੂੰ ਉਹ ਗੁਣਾਂ ਦੇ ਬਾਰੇ ਦੱਸੇਗਾ। ਜਿਵੇਂ ਸ਼ਬਦ ਦੇ ਵਿੱਚ ਇਹ ਸਾਰਾ ਮਹਾਰਾਜ ਜੀਆਂ ਨੇ ਸਾਨੂੰ ਸਮਝਾਇਆ ਹੈ ਕਿ ਕਿਹੜੇ ਕਿਹੜੇ ਗੁਣ ਦੇ ਨਾਲ ਪ੍ਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ, ਕਿਹੜਾ ਇਹੋ ਜਿਹਾ ਗੁਣ ਹੈ ਜਿਸ ਗੁਣ ਦੇ ਨਾਲ ਅਸੀਂ ਪ੍ਰਮਾਤਮਾ ਤੋਂ ਟੁੱਟ ਸਕਦੇ ਹਾਂ। ਸਾਨੂੰ ਉਹਨਾਂ ਗੁਣਾਂ ਨੂੰ ਆਪਣੇ ਅੰਦਰੋਂ ਖਤਮ ਕਰਕੇ ਦਇਆ, ਸੰਤੋਖ, ਧਰਮ ਇਤਿਆਦਿਕ ਦੈਵੀ ਗੁਣਾਂ ਨੂੰ ਅੰਦਰ ਲਿਆ ਕਰਕੇ ਇਹਨਾਂ ਗੁਣਾਂ ਦੀ ਸਮਝ ਜਾਂ ਤਾਂ
ਗੁਰੂ ਦੇ ਕੋਲੋਂ ਜਾਂ ਸਾਧੂ ਦੇ ਕੋਲੋਂ, ਜਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਸ਼ਰਨ ਆਣ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਸਿਧਾਂਤ ਨੂੰ ਸਮਝਣ ਵਾਸਤੇ ਬ੍ਰਹਮ ਵਿਦਿਆ ਨੂੰ ਡੂੰਘਾਈ ਦੇ ਨਾਲ ਪੜ੍ਹਨਾ ਪਵੇਗਾ। ਨਹੀਂ ਤੇ ਪੂਰਨ ਸਾਧੂ ਦੀ ਸੰਗਤ, ਜਿਹਨੇ ਆਪਣੇ ਆਪ ਨੂੰ ਸਾਧਿਆ, ਜਿਹਨੂੰ ਰਸਤੇ ਦਾ ਪਤਾ ਹੈ। ਹੁਣ ਇੱਕ ਪੰਡਤ ਹੈ ਜਿਹਨੇ ਵੇਦਾਂ ਦਾ ਅਭਿਆਸ ਕੀਤਾ ਹੈ, ਉਹ ਵੇਦਾਂ ਨੂੰ ਪੜ੍ਹ ਕਰਕੇ ਬੜੀ ਡੂੰਘਾਈ ਦੇ ਨਾਲ ਲੋਕਾਂ ਨੂੰ ਗੱਲਾਂ ਦੱਸਦਾ ਹੈ। ਇੱਕ ਉਹ ਹੈ ਜਿਹਨੇ ਪਰਮਾਤਮਾ ਦੇ ਦਰ ਤੇ ਪੁੱਜ ਚੁੱਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਦੇ ਵਿੱਚ ਭਗਤ ਨਾਮਦੇਵ ਜੀਆਂ ਦਾ ਵਚਨ ਆਉਂਦਾ ਹੈ, ਇਹ ਪਾਂਡੇ ਤੂੰ ਵੇਦ ਬਖਾਨੈ, ਮੂਰਖ ਨਾਮਦੇਵ ਰਾਮੈ ਜਾਣੈ। ਕਹਿੰਦੇ ਪੰਡਤ ਜੀ ਨੇ ਆਣ ਕੇ ਪ੍ਰਸ਼ਨ ਕਰ ਦਿੱਤਾ ਕਿ ਤੂੰ ਤੇ ਨਾਮਦੇਵ ਮੂਰਖ ਹੈ, ਤੂੰ ਐਵੇਂ ਲੋਕਾਂ ਨੂੰ ਭਰਮ ਦੇ ਵਿੱਚ ਪਾਇਆ ਹੈ। ਵੇਦਾਂ ਸ਼ਾਸਤਰਾਂ ਦਾ ਗਿਆਨ ਤੇ ਇਹ ਕਹਿੰਦਾ ਹੈ, ਵੇਦਾਂ ਸ਼ਾਸਤਰਾਂ ਦੇ ਵਿੱਚ ਤੇ ਆਹ ਗੱਲ ਕਹੀ ਗਈ ਹੈ। ਪੰਡਤ ਨੂੰ ਜਦੋਂ ਇਸ ਤਰ੍ਹਾਂ ਪੰਡਤ ਨੇ ਕੌੜੇ ਮਿੱਠੇ ਬਚਨ ਬੋਲੇ ਭਗਤ ਜੀਆਂ ਨੂੰ, ਤੇ ਭਗਤ ਜੀਆਂ ਨੇ ਅੱਗੋਂ ਉਹਦਾ ਜਵਾਬ ਕੀ ਦਿੱਤਾ? ਕਹਿੰਦੇ ਇਹ ਪਾਂਡੇ ਤੂੰ ਵੇਦ ਬਖਾਨਾ, ਤੂੰ ਵੇਦਾਂ ਦੀਆਂ ਗੱਲਾਂ ਕਰਦਾ ਹੈ। ਜਿਨ੍ਹਾਂ ਵੇਦਾਂ ਨੂੰ ਤੂੰ ਪੜ੍ਹ ਕਰਕੇ ਜੇ ਇਸ ਰੱਬ ਦੀ ਗੱਲ ਕਰਦਾ ਹੈ ਨਾ, ਮੂਰਖ ਨਾਮਦੇਵ ਰਾਮੈ ਜਾਣੈ। ਮੈਂ ਨਾਮਦੇਵ ਭਾਵੇਂ ਮੂਰਖ ਹਾਂ, ਪਰ ਮੈਂ ਉਸ ਰੱਬ ਦੇ ਰਾਮ ਨੂੰ ਜਾਣਦਾ। ਹੁਣ ਇੱਕ ਬੰਦਾ ਜਿਹੜਾ ਉਹ ਕਿਤਾਬ ਤੋਂ ਪੜ੍ਹ ਕੇ ਦੱਸ ਰਿਹਾ ਹੈ ਕਿ ਫਲਾਣੀ ਜਗ੍ਹਾ ਤੇ ਫਲਾਣੀ ਚੀਜ਼ ਹੈ, ਪਰ ਇੱਕ ਨੇ ਵੇਖੀ ਹੋਈ ਹੈ। ਦੋਵਾਂ 'ਚ ਤਜਰਬੇ ਦਾ ਫਰਕ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਦੀਨਾਂ ਦੇ ਦਿਆਲ ਸਤਿਗੁਰੂ ਕਿਰਪਾਲੂ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਸ਼ਰਨ ਆਣ ਕਰਕੇ, ਸਾਧੂਆਂ ਦੇ ਸੰਗ ਲੱਗ ਕਰਕੇ ਸਾਡੇ ਜਿਹੜੀ ਅੰਦਰ ਦੀ ਜਿਹੜੀ ਜਲਨ ਹੈ, ਪਰਮਾਤਮਾ ਨੂੰ ਮਿਲਣ ਦੀ ਜਿਹੜੀ ਸਾਡੇ ਅੰਦਰ ਆਸਾ ਜਾਗੀ ਹੋਈ ਹੈ, ਜੇ ਬੁਝਾਉਣੀ ਹੈ ਤੇ ਸਾਧੂਆਂ ਦੀ ਸੰਗਤ ਤੋਂ ਬਿਨਾਂ ਨਹੀਂ ਬੁਝ ਸਕਦੀ। ਕਿਉਂਕਿ ਗੁਰੂ ਖਾਲਸਾ ਜੀ ਅਸਲ ਦੇ ਵਿੱਚ ਸਾਡਾ ਜਨਮ ਹੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਹੋਇਆ ਹੈ। ਕਿਉਂਕਿ ਭਾਈ ਨੰਦ ਲਾਲ ਜੀਆਂ ਦਾ ਵੀ ਇਹ ਵਚਨ ਹੈ ਕਿ ਅਸੀਂ ਸਾਡਾ ਇਸ ਧਰਤੀ ਤੇ ਆਉਣ ਦਾ ਮਤਲਬ ਕੋਈ ਨਹੀਂ ਸੀ। ਹਵਾਏ ਬੰਦਗੀ ਆਵਰਦ ਦਰ ਵਜੂਦ ਮਰਾ, ਵਗਰਨਹ ਜ਼ੌਕੇ ਚੁਨੀ ਆਮਦਨ ਨਾਬੂਦ ਮਰਾ। ਖੁਸ਼ਿਅਸਤ ਉਮਰ ਕੀ ਦਰਜ਼ਾਦ ਬੇਗੁਜ਼ਰਦ, ਵਰਨਹ ਚ ਹਾਸਲ ਅਸਤ ਅਜ਼ੀਨ ਗੁੰਬਦੇ ਕਬੂਦ ਮਰਾ। ਕਹਿੰਦੇ ਬੰਦਗੀ ਦੀ ਇੱਛਾ ਸਾਨੂੰ ਧਰਤੀ ਤੇ ਲੈ ਕਰਕੇ ਆਈ। ਬੰਦਗੀ ਦੀ ਇੱਛਾ ਤੋਂ ਬਿਨਾਂ ਸਾਨੂੰ ਹੋਰ ਕੋਈ ਇੱਛਾ ਨਹੀਂ ਸੀ। ਸਾਨੂੰ ਸ਼ੌਂਕ ਨਹੀਂ ਸੀ ਚੜਿਆ ਇਸ ਨੀਲੇ ਗੁੰਬਦ ਦੇ ਥੱਲੇ ਆਉਣ ਦਾ। ਉਹ ਪ੍ਰਮਾਤਮਾ ਦੇ ਮਿਲਣ ਦਰ ਤੋਂ ਬੈਠਿਆਂ ਸਾਡੇ ਮਨ 'ਚ ਚਾਹਤ ਆਈ ਕਿ ਅਸੀਂ ਵਾਹਿਗੁਰੂ ਦਾ ਨਾਮ ਜਪੀਏ। ਔਰ ਗੁਰੂ ਖਾਲਸਾ ਜੀ ਇਸ ਚਾਹਤਾਂ ਨੂੰ ਪੂਰਾ ਕਰਨਾ ਹੈ ਤੇ ਗੁਰੂ ਦੇ ਪਿਆਰਿਆਂ ਦੀ ਸੰਗਤ ਕਰਨੀ ਪਵੇਗੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਰਹਿਮਤ ਕਰਨ, ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਡਾ ਲੋਕ ਸੁਖੀਏ ਪਰਲੋਕ ਸੁਹੇਲਾ ਹੋ ਜਾਵੇ। ਸੰਗਤ ਨੇ ਗੁਰੂ ਸਾਹਿਬ ਨੇ ਅਸੀਸ ਬਖਸ਼ਣੀ, ਹੋਈਆਂ ਭੁੱਲਾਂ ਦੀ ਖਿਮਾ। 2 ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹੁ ਸੱਜਣ ਆਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਖੋਜਤ ਭਈ ਬੈਰਾਗਣ, ਪ੍ਰਭ ਦਰਸ਼ਨ ਕੋ ਹਉ ਫਿਰਤ ਤਿਸਾਈ। ਦੀਨ ਦਇਆਲ ਕਿਰਪਾਲ ਪ੍ਰਭ ਨਾਨਕ, ਸਾਧ ਸੰਗ ਮੇਰੀ ਜਲਨ ਬੁਝਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਤਰੀਏ